ਸਾਹਿਬ ਜੀਓ। ਗੁਰੂ ਨਾਨਕ ਪਦ ਪੰਕਜ ਬੰਦਨਾ, ਪਦ ਪੰਕਜ ਬੰਦਨਾ, ਸਿਮਰੋ ਅੰਗਦ ਦੁਖ ਨਿਕੰਦਨਾ, ਗੁਰੂ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਸ੍ਰੀ ਗੁਰੂ ਰਾਮਦਾਸ ਗੁਣ ਗਾਉ, ਗੁਰੂ ਅਰਜਨ ਬਿਗਨਨ ਕੀ ਨਾਸ਼ਕ, ਬਿਗਨਨ ਕੀ ਨਾਸ਼ਕ। ਸ੍ਰੀ ਹਰਿ ਗੋਬਿੰਦ ਸ਼ੋਭ ਮਤ ਪ੍ਰਕਾਸ਼ਕ, ਗੁਰੂ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਈ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋ ਤਰਾ ਪਰ ਪੁਨ ਪੁਨ ਸੀਚਾ ਜੀ, ਪੁਨ ਪੁਨ ਸੀਚਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਧਦ, ਬੰਦੋਂ ਕਰ ਅਨੁਰਾਗ। ਏਕੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਇ। ਖਾਨ ਚੁਰਾਰ ਬੇਗਾ ਪਾਸੇ, ਨੰਦ ਸੂਦਨਾ ਹੋਏ ਹੋ ਲਾਸੇ। ਓ ਗੁਰੂ ਤਾਰੂ ਚੰਡਾ ਪੂਰੋ, ਸੁਨ ਜਸ ਆਏ ਗੁਰੂ ਹਜੂਰੋ। ਖਾਨ ਚੁਰਾਰ ਬੇਗਾ ਪਾਸੇ, ਨੰਦ ਸੂਦਨਾ ਹੋਏ ਹੋ ਲਾਸੇ। ਓ ਗੁਰੂ ਤਾਰੂ ਚੰਡਾ ਪੂਰੋ, ਸੁਨ ਜਸ ਆਏ ਗੁਰੂ ਹਜੂਰੋ। ਪਰਮ
ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਰਹੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚੋਂ ਕੱਲ ਦੇ ਦੀਵਾਨਾਂ ਅੰਦਰ ਅਸੀਂ ਇਹ ਪ੍ਰਸੰਗ ਵਿਚਾਰਿਆ ਸੀ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਡੱਲੇ ਨਗਰ ਦੀਆਂ ਸੰਗਤਾਂ ਦਾ ਪਾਰ ਉਤਾਰਾ ਕਰਨ ਵਾਸਤੇ ਪਹੁੰਚੇ ਹਨ। ਇੱਥੇ ਬੇਅੰਤ ਸੰਗਤਾਂ ਨੇ ਸਤਿਗੁਰੂ ਦੇ ਦੀਦਾਰ ਕੀਤੇ, ਗੁਰਮਤਿ ਸੰਬੰਧੀ ਵਿਚਾਰ ਚਰਚਾ ਹੋਈ ਹੈ। ਭਾਈ ਰਾਮੂ ਮਹਿਤਾ, ਭਾਈ ਮੋਹਨ ਮੱਲ ਇਤਿਆਦਿ ਗੁਰਸਿੱਖਾਂ ਨੇ ਗੁਰੂ ਚਰਨਾਂ ਵਿੱਚ ਪਹੁੰਚ ਕੇ ਸੰਸਾਰ ਤੋਂ ਪਾਰ ਉਤਾਰੇ ਦਾ ਤਰੀਕਾ ਪੁੱਛਿਆ ਸੀ ਤਾਂ ਗੁਰੂ ਜੀ ਨੇ ਸਮਝਾਇਆ ਕਿ ਆਪਣੀ ਹਉਮੈ, ਆਪਣਾ ਹੰਕਾਰ ਛੱਡ ਕੇ ਹੀ ਵਾਹਿਗੁਰੂ ਜੀ ਨੂੰ ਪਾ ਸਕਦੇ ਹਾਂ। ਅਗਰ ਜੀਵਨ ਦੇ ਵਿੱਚ ਸਫਲਤਾ ਚਾਹੀਦੀ ਹੈ ਤੇ ਨਿਮਰਤਾ ਨੂੰ ਧਾਰਨ ਕਰਨਾ ਹੋਏਗਾ, ਹਉਮੈ ਹੰਕਾਰ ਦੇ ਤਿਆਗੀ ਬਣਨਾ ਪਏਗਾ, ਫਿਰ ਹੀ ਸਤਿਗੁਰੂ ਜੀ ਦੀ ਕਿਰਪਾ ਹੋਏਗੀ। ਸੋ ਇਵੇਂ ਦੇ ਬਚਨ ਸਤਿਗੁਰੂ ਜੀ ਸਮਝਾਉਂਦੇ ਹਨ। ਇਹ ਵਿਚਾਰ ਕੱਲ ਦੇ ਦੀਵਾਨਾਂ ਵਿੱਚ ਸਾਂਝੇ ਹੋ ਚੁੱਕੇ ਹਨ। ਆਓ ਇਸ ਤੋਂ ਅਗਲੀ ਵਿਚਾਰ ਅੱਜ ਦੇ ਦੀਵਾਨਾਂ ਵਿੱਚ ਸਾਂਝੀ ਕਰਨ ਦਾ ਯਤਨ ਕਰਾਂਗੇ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰ ਗੁਰੂ ਬਖਸ਼ਿਸ਼ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਨ ਛੁਰਾ ਹਰ ਵੇਗਾ ਪਸੀ। ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਭਾਈ ਖਾਨ ਛੁਰਾ ਤੇ ਭਾਈ ਬੇਗਾ ਪਾਸੀ ਇਹ ਵੀ ਬੜੇ ਪਿਆਰ ਦੇ ਨਾਲ ਪਹੁੰਚੇ ਹਨ। ਜਿਵੇਂ ਬਾਕੀ ਸੰਗਤਾਂ, ਬਾਕੀ ਗੁਰਸਿੱਖ ਆ ਰਹੇ ਸੀ, ਇਹਨਾਂ ਗੁਰਸਿੱਖਾਂ ਦੇ ਮਨ ਵਿੱਚ ਵੀ ਕਈ ਪ੍ਰਕਾਰ ਦੀਆਂ ਵਿਚਾਰਾਂ ਚੱਲ ਰਹੀਆਂ ਸੀ, ਕਈ ਪ੍ਰਕਾਰ ਦੇ ਭਾਵ ਪੈਦਾ ਹੋ ਰਹੇ ਸੀ। ਮਨ ਵਿੱਚ ਆਇਆ ਕਿਉਂ ਨਾ ਆਪਣੇ ਸ਼ੰਕਿਆਂ ਦੀ ਨਿਵਰਤੀ ਅਸੀਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲੋਂ ਕਰੀਏ। ਤਾਂ ਇਹ ਭਾਵਨਾ ਲੈ ਕੇ ਭਾਈ ਖਾਨ ਛੁਰਾ ਤੇ ਭਾਈ ਬੇਗਾ ਪਾਸੀ ਬਾਕੀ ਗੁਰਸਿੱਖਾਂ ਦੇ ਨਾਲ ਗੁਰੂ ਚਰਨਾਂ ਵਿੱਚ ਆਏ ਹਨ। ਨੰਦ ਸੂਦਨਾ ਹੋਏ ਹੋਰਾਸੀ। ਇਹਨਾਂ ਤੋਂ ਇਲਾਵਾ ਭਾਈ ਨੰਦ ਸੂਦਨਾ, ਇਹ ਗੁਰਸਿੱਖ ਦਾ ਨਾਮ ਹੈ, ਨੰਦ ਸੂਦਨਾ ਨਾਮ ਦਾ ਗੁਰਸਿੱਖ, ਉਹ ਵੀ ਗੁਰੂ ਚਰਨਾਂ ਵਿੱਚ ਆਇਆ ਸੀ। ਉਗਰੂ ਤਾਰੂ ਝੰਡਾ ਪੂਰੋ। ਭਾਈ ਉਗਰੂ ਜੀ, ਭਾਈ ਤਾਰੂ ਜੀ, ਭਾਈ ਝੰਡਾ ਜੀ ਇਤਿਆਦਿਕ ਜਿਹੜੇ ਗੁਰਸਿੱਖ ਨੇ ਗੁਰੂ ਚਰਨਾਂ ਵਿੱਚ ਪਹੁੰਚੇ ਹਨ। ਸੁਣ ਜਸ ਆਏ ਗੁਰੂ ਹਜ਼ੂਰੋ। ਇਹ ਜਿਹੜੇ ਗੁਰਸਿੱਖ ਨੇ ਭਾਈ ਪੂਰੋ ਜੀ ਵਰਗੇ, ਇਹ ਬਾਕੀ ਗੁਰਸਿੱਖਾਂ ਦੇ ਕੋਲੋਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਵਡਿਆਈ ਤੇ ਸ਼ੋਭਾ ਸੁਣ ਕੇ ਸਤਿਗੁਰੂ ਦੇ ਚਰਨਾਂ ਵਿੱਚ ਆਏ ਹਨ। ਮਸਤਕ ਟੇਕੇ ਅਦਬ ਤੇ ਵੈਸੇ। ਇਹ ਜਿੰਨੇ ਵੀ ਗੁਰਸਿੱਖ ਨੇ ਮਸਤਕ ਟੇਕ ਅਦਬ ਤੇ ਵੈਸੇ, ਬੜੇ ਅਦਬ ਬੜੇ ਸਤਿਕਾਰ ਦੇ ਨਾਲ ਇਹਨਾਂ ਨੇ ਮੱਥਾ ਟੇਕਿਆ, ਸੀਸ ਝੁਕਾਇਆ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਉੱਪਰ। ਤੇ ਜਿਵੇਂ ਬਾਕੀ ਸੰਗਤਾਂ ਮੱਥਾ ਟੇਕ ਕੇ ਗੁਰੂ ਚਰਨਾਂ ਵਿੱਚ ਬੈਠਦੀਆਂ ਹਨ, ਇਹ ਵੀ ਗੁਰੂ ਦਰਬਾਰ ਵਿੱਚ ਬਿਰਾਜੇ ਹਨ। ਹੋ ਜਿਤ ਪਾਏ ਸ਼੍ਰੀ ਹੋਏ ਜੈਸੇ। ਇਹਨਾਂ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਪੁੱਛਿਆ, ਕਹਿੰਦੇ ਮਹਾਰਾਜ ਕੋਈ ਐਸੀ ਵਿਧੀ, ਕੋਈ ਐਸਾ ਤਰੀਕਾ ਦੱਸੋ ਜਿਹਦੇ ਨਾਲ ਲੋਕ ਪਰਲੋਕ ਦੋਨੇ ਥਾਈਂ ਸਾਡਾ ਨਾਮ ਬਣ ਜਾਏ। ਦੁਨੀਆ ਦਾ ਹਰ ਇਨਸਾਨ ਆਪਣਾ ਨਾਮ ਬਣਾਉਣਾ ਚਾਹੁੰਦਾ ਹੈ, ਪਰ ਅਸੀਂ ਇਹੋ ਜਿਹਾ ਨਾਮ ਚਾਹੁੰਦੇ ਹਾਂ ਕਿ ਜਿਹੜਾ ਹਮੇਸ਼ਾ ਹੀ ਸੰਸਾਰ ਦੇ ਵਿੱਚ ਰਹੇ। ਕੋਈ ਐਸੀ ਵਿਧੀ, ਕੋਈ ਐਸਾ ਤਰੀਕਾ ਦੱਸੋ ਕਿ ਸਾਡਾ ਨਾਮ ਲੋਕ ਪਰਲੋਕ ਦੋਨਾਂ ਥਾਵਾਂ ਤੇ ਬਣ ਜਾਏ। ਆਪ ਜੀ ਇਵੇਂ ਦੀ ਬੇਨਤੀ ਕਰਦੇ ਹਨ। ਸ੍ਰੀ ਗੁਰਿਆ ਮੇਰੇ ਕਹਿਓ ਸੁਣ ਲੀਜੈ। ਸ੍ਰੀ ਗੁਰ ਅਮਰ ਕਹਿਓ ਸੁਣ ਲੀਜੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਫਰਮਾਇਆ, ਕਹਿੰਦੇ ਗੁਰਸਿੱਖੋ
ਜੇ ਆਪਣਾ ਜਸ ਚਾਹੁੰਦੇ ਹੋ, ਆਪਣੀ ਵਡਿਆਈ ਚਾਹੁੰਦੇ ਹੋ, ਤੇ ਤੁਹਾਨੂੰ ਇੱਕ ਤਰੀਕਾ ਸਮਝਾਉਣ ਲੱਗੇ ਆ। ਸਾਡੇ ਕਹੇ ਹੋਏ ਇਹਨਾਂ ਬਚਨਾਂ ਨੂੰ ਧਿਆਨ ਦੇ ਨਾਲ ਸ਼ਰਵਣ ਕਰੋ। ਇਹ ਦਾਤਾ ਜੀ ਨੇ ਵਾਕ ਉਚਾਰੇ ਹਨ। ਅਬ ਕਰ ਕਾਲ ਵਿਸਾਲ ਜਨੀ ਜੈ। ਮਹਾਰਾਜ ਕਹਿਣ ਲੱਗੇ, ਭਾਈ ਗੁਰਸਿੱਖੋ, ਪਹਿਲਾਂ ਕਦੇ ਉਹ ਸਮਾਂ ਹੋਇਆ ਕਰਦਾ ਸੀ, ਪੁਰਾਣਾ ਵਕਤ, ਪੁਰਾਣਾ ਸਮਾਂ, ਜਦੋਂ ਲੋਕ ਕਿਹਾ ਕਰਦੇ ਸਨ ਕਿ ਪ੍ਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਸਤੇ ਫਲਾਣੀ ਦੇਵੀ ਦੀ ਪੂਜਾ ਕਰਨੀ ਹੈ, ਫਲਾਣੇ ਦੇਵਤੇ ਦੀ ਪੂਜਾ ਕਰਨੀ ਹੈ। ਕਿਆ ਕਰਦੇ ਸਨ, ਫਲਾਣਾ ਬੁੱਤ ਪੂਜ ਲਓ, ਆ ਵਰਤ ਰੱਖ ਲਓ, ਐਸ ਤੀਰਥ ਤੇ ਜਾ ਕੇ ਇਸ਼ਨਾਨ ਕਰ ਲਓ। ਮਹਾਰਾਜ ਕਹਿਣ ਲੱਗੇ, ਹੁਣ ਉਹ ਸਮਾਂ ਨਹੀਂ ਹੈ, ਵਕਤ ਹੁਣ ਉਹ ਨਹੀਂ ਹੈ। ਜਿਹੜਾ ਜੱਗ ਇਤਿਆਦਿ ਕਰਵਾਇਆ ਕਰਦੇ ਸਨ, ਉਹ ਯੱਗਾਂ ਵਾਲਾ ਸਮਾਂ ਹੁਣ ਲੰਘ ਚੁੱਕਾ ਹੈ। ਕੇਵਲ ਨਿਰੋਲ ਇੱਕ ਵਾਹਿਗੁਰੂ, ਇੱਕ ਪਰਮੇਸ਼ਰ ਦੇ ਨਾਮ ਨੂੰ ਸਿਮਰ ਕੇ ਹੀ ਤੁਹਾਡਾ ਪਾਰ ਉਤਾਰਾ ਹੋਏਗਾ। ਜੇ ਲੋਕ ਪਰਲੋਕ ਦੀ ਸ਼ੋਭਾ ਚਾਹੁੰਦੇ ਹੋ ਤੇ ਉਹ ਵੀ ਵਾਹਿਗੁਰੂ ਦੇ ਨਾਮ ਦੇ ਵਿੱਚੋਂ ਮਿਲੇਗੀ। ਇਹ ਗੁਰੂ ਜੀ ਨੇ ਵਾਕ ਉਚਾਰੇ ਹਨ। ਪ੍ਰਥਮੇ ਜੁਗਨ ਮਹਿ ਜਗ ਕਰੰਤੇ। ਪ੍ਰਥਮ ਜੁਗਨ ਮਹਿ ਜਗ ਕਰੰਤੇ। ਪਹਿਲਿਆਂ ਯੁਗਾਂ ਦੇ ਵਿੱਚ, ਪਹਿਲਿਆਂ ਸਮਿਆਂ ਦੇ ਵਿੱਚ ਲੋਕ ਯੱਗ ਕਰਵਾਇਆ ਕਰਦੇ ਸੀ। ਭਾਵ ਕਿ ਜਿਵੇਂ ਪੁਰਾਣੇ ਸਮੇਂ ਅੰਦਰ ਰਿਵਾਜ ਹੁੰਦਾ ਸੀ, ਵੇਦੀ ਬਾਲ ਲੈਣੀ, ਅੱਗ ਬਾਲ ਲੈਣੀ, ਉਹਦੇ ਵਿੱਚ ਸਮੱਗਰੀ ਸੁੱਟੀ ਜਾਣੀ, ਹਵਨ ਇਤਿਆਦਿ ਕਰਨਾ। ਇਸ ਪ੍ਰਕਾਰ ਦੇ ਯੱਗ ਲੋਕ ਕਰਵਾਇਆ ਕਰਦੇ ਸੀ ਤੇ ਯੱਗਾਂ ਦੀਆਂ ਵੀ ਅਲੱਗ-ਅਲੱਗ ਕਿਸਮਾਂ ਹੁੰਦੀਆਂ ਸੀ। ਹਜ਼ੂਰ ਕਹਿਣ ਲੱਗੇ, ਪਹਿਲਾਂ ਲੋਕ ਯੱਗ ਕਰਵਾਉਂਦੇ ਸਨ, ਪਰ ਹੁਣ ਯੱਗਾਂ ਵਾਲਾ ਸਮਾਂ ਨਹੀਂ ਰਿਹਾ। ਪਰਮੇਸ਼ਰ ਦੇ ਨਾਮ ਨੂੰ ਜਪਣਾ ਹੈ। ਹੋਮ ਤੇ ਦੇਵ ਤਾਣ ਤ੍ਰਿਪਤੰਤੇ। ਦੇਵਤਿਆਂ ਨੂੰ ਲੋਕ ਕਈ ਪ੍ਰਕਾਰ ਦੀ ਸਮੱਗਰੀ ਅਰਪਣ ਕਰਿਆ ਕਰਦੇ ਸੀ। ਯੱਗ ਕਰਵਾ ਕੇ ਤੇ ਉਹਦੇ ਵਿੱਚ ਸਮੱਗਰੀ ਸੁੱਟੀ ਜਾਣੀ, ਉਹਦੇ ਵਿੱਚ ਸਮਾਨ ਸੁੱਟੀ ਜਾਣਾ। ਇਸ ਪ੍ਰਕਾਰ ਦਾ ਹਵਨ ਕਰਕੇ ਲੋਕ ਸਮਝਦੇ ਸਨ ਵੀ ਜੋ ਕੁਝ ਵੀ ਅਸੀਂ ਇਸ ਅੱਗ ਦੇ ਵਿੱਚ ਸੁੱਟਿਆ ਹੈ, ਉਹ ਸਾਰਾ ਕੁਝ ਦੇਵਤਿਆਂ ਤੱਕ ਪਹੁੰਚ ਗਿਆ ਹੈ। ਇੱਥੋਂ ਤੱਕ ਕਿ ਪੁਰਾਤਨ ਸ਼ਾਸਤਰਾਂ ਦੇ ਵਿੱਚ ਅੱਗ ਨੂੰ ਦੇਵਤਿਆਂ ਦੀ ਜ਼ੁਬਾਨ ਵੀ ਕਿਹਾ ਗਿਆ ਹੈ ਵੀ ਜੇ ਕੁਝ ਵੀ ਚੀਜ਼ ਆਪਾਂ ਅੱਗ ਦੇ ਵਿੱਚ ਸੁੱਟਾਂਗੇ ਤਾਂ ਹੀ ਲੋਕ ਹਵਨ ਬਾਲ ਕੇ ਤੇ ਉਹਦੇ ਵਿੱਚ ਸਮੱਗਰੀ ਸੁੱਟਿਆ ਕਰਦੇ ਸੀ। ਮਨ ਵਿੱਚ ਇਹ ਵਿਚਾਰ ਰੱਖ ਕੇ ਕਿ ਅੱਗ ਦੇ ਵਿੱਚ ਜੋ ਕੁਝ ਵੀ ਸੁੱਟ ਕੇ ਸਾੜ ਦਿੱਤਾ, ਅੱਗ ਕਿਉਂਕਿ ਦੇਵਤਿਆਂ ਦੀ ਜ਼ੁਬਾਨ ਹੈ, ਉਹ ਸਾਰਾ ਕੁਝ ਦੇਵਤਿਆਂ ਤੱਕ ਆਪਣੇ ਆਪ ਹੀ ਪਹੁੰਚ ਜਾਏਗਾ। ਲੋਕ ਇਵੇਂ ਦੀਆਂ ਗੱਲਾਂ ਕਰਦੇ ਸਨ। ਤੇ ਸਮ ਫਲ ਸਿੱਖ ਦੇਹੁ ਆਹਾਰਾ। ਮਹਾਰਾਜ ਕਹਿਣ ਲੱਗੇ, ਵੱਡੇ ਤੋਂ ਵੱਡੇ ਜੱਗ ਜਿਨ੍ਹਾਂ ਦੀ ਲੋਕ ਗੱਲ ਕਰਿਆ ਕਰਦੇ ਨੇ, ਇਹ ਜੱਗ ਪਰਮਾਤਮਾ ਦੇ ਪਿਆਰਿਆਂ ਦੇ ਮੁਕਾਬਲੇ ਤੇ ਕੱਖ ਵੀ ਨਹੀਂ। ਸੈਂਕੜੇ ਪ੍ਰਕਾਰ ਦੇ ਯੱਗ ਕਰਵਾ ਲੈਣੇ ਥੋਥੇ ਨੇ। ਇੱਕ ਕਿਸੇ ਰੱਬ ਦੇ ਪਿਆਰੇ ਨੂੰ ਭੋਜਨ ਪ੍ਰਸ਼ਾਦਾ ਛਕਾ ਕੇ ਉਹਦੀ ਸੇਵਾ ਕਰ ਦੋ, ਇਹ ਸੈਂਕੜੇ ਯੱਗਾਂ ਦੇ ਨਾਲੋਂ ਵੀ ਜ਼ਿਆਦਾ ਉੱਤਮ ਕਰਮ ਹੈ। ਕੋਈ ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਹੋਵੇ, ਕੋਈ ਰੱਬ ਦਾ ਪਿਆਰਾ, ਕੋਈ ਵਾਹਿਗੁਰੂ ਜੀ ਦਾ ਭਗਤ ਹੋਵੇ, 2 ਘੜੀਆਂ ਉਹਦੀ ਸੰਗਤ ਕਰ ਲਈ ਜਾਏ ਤੇ ਗੁਰਮੁਖਾਂ ਨੂੰ ਪ੍ਰਸ਼ਾਦਾ ਇਤਿਆਦਿਕ ਛਕਾ ਕੇ ਸੇਵਾ ਕਰ ਲਈਏ, ਮਹਾਰਾਜ ਕਹਿੰਦੇ ਇਹ ਯੱਗਾਂ ਦੇ ਨਾਲੋਂ ਵੀ ਜ਼ਿਆਦਾ ਉੱਤਮ ਹੈ। ਇਹ ਗੁਰੂ ਜੀ ਨੇ ਵਾਕ ਉਚਾਰੇ ਹਨ। ਭਾਉ ਕਰਿਓ ਲਿਹੁ ਭਗਤ ਅਰਾਰਾ। ਪਿਆਰੇ ਗੁਰਸਿੱਖੋ, ਇਹਦੇ ਨਾਲ ਭਵਜਲ ਤਰਿਆ ਜਾ ਸਕਦਾ ਹੈ। ਭਵਜਲ ਨੂੰ ਤਰਨ ਦਾ, ਸੰਸਾਰ ਸਮੁੰਦਰ ਤੋਂ ਪਾਰ ਹੋਣ ਦਾ, ਇਹਦੇ ਤੋਂ ਜ਼ਿਆਦਾ ਵਧੀਆ ਢੰਗ, ਵਧੀਆ ਤਰੀਕਾ ਕੋਈ ਹੋਰ ਨਹੀਂ। ਤੁਸੀਂ ਪਰਮੇਸ਼ਰ ਦੇ ਨਾਮ ਦਾ ਪੱਲਾ ਪਕੜੋ, ਵਾਹਿਗੁਰੂ ਜੀ ਦੇ ਚਰਨਾਂ ਤੇ ਭਰੋਸਾ ਰੱਖੋ, ਤੁਹਾਡੇ ਤੇ ਕਿਰਪਾ ਹੋਵੇਗੀ। ਜੀਵਿਤ ਰਹੋ ਸਰਬ ਸੁਖ ਪਾਵੋ। ਜੇਕਰ ਤੁਸੀਂ ਪਰਮੇਸ਼ਰ ਦਾ ਨਾਮ ਜਪੋਗੇ ਤੇ ਨਾਮ ਜਪਣ ਦੇ ਨਾਲ ਮਨੁੱਖ ਨੂੰ ਹਮੇਸ਼ਾ ਰਹਿਣ ਵਾਲੀ ਜ਼ਿੰਦਗੀ ਦੀ ਦਾਤ ਮਿਲ ਜਾਂਦੀ ਹੈ। ਮਨੁੱਖ ਨੂੰ ਉਹ ਜੀਵਨ ਪ੍ਰਾਪਤ ਹੋ ਜਾਂਦਾ ਹੈ ਜਿਹੜਾ ਜੀਵਨ ਕਦੇ ਮੁੱਕਣਾ ਹੀ ਨਹੀਂ ਹੈ। ਜਦ ਹਮੇਸ਼ਾ ਰਹਿਣ ਵਾਲੀ ਜ਼ਿੰਦਗੀ ਮਿਲ ਜਾਏਗੀ ਤੇ ਇਨਸਾਨ ਕਦੇ ਵੀ ਆਤਮਿਕ ਮੌਤੇ ਨਹੀਂ ਮਰੇਗਾ। ਉਹਦੇ ਤੇ ਮਾਲਕ ਦੀ ਕਿਰਪਾ ਵਰਤੇਗੀ। ਵਾਹਿਗੁਰੂ ਵਿਖੇ ਬਸਾਵੋ। ਵਾਹਿਗੁਰੂ ਔਰ ਵਿਖੇ ਬਸਾਵੋ। ਹਜ਼ੂਰ ਕਹਿਣ ਲੱਗੇ, ਪਰਮੇਸ਼ਰ ਨੂੰ ਆਪਣੇ ਹਿਰਦੇ 'ਚ ਵਸਾ ਲਓ, ਲੋਕ ਤੇ ਪਰਲੋਕ ਦੀ ਸ਼ੋਭਾ ਮਿਲੇਗੀ। ਪਿਆਰੇ ਗੁਰਸਿੱਖੋ, ਸੰਸਾਰ ਵਾਲੀ ਵਡਿਆਈ ਵੀ ਮਿਲੇਗੀ, ਨਿਰੰਕਾਰ ਦੇ ਘਰ ਦੀ ਸ਼ੋਭਾ ਵੀ ਪ੍ਰਾਪਤ ਹੋ ਜਾਏਗੀ। ਜਿਹਨੂੰ ਗੁਰੂ ਸਾਹਿਬ ਨੇ ਬਾਣੀ ਵਿੱਚ ਬਚਨ ਕਹਿੰਦੇ, ਦੋਵੇਂ ਥਾਂ ਰੱਖੇ ਗੁਰ ਸੂਰੇ। ਗੁਰੂ ਨੇ ਸਾਡੇ ਦੋਵੇਂ ਥਾਂ ਰੱਖ ਲਏ ਨੇ।
ਹਲਤ ਪਲਤ ਪਾਰ ਬ੍ਰਹਮ ਸਵਾਰੀ ਕਾਰਜ ਹੋਏ ਸਗਲੇ ਪੂਰੇ। ਸਾਡਾ ਹਲਤ ਤੇ ਸਾਡਾ ਪਲਤ, ਲੋਕ ਤੇ ਪਰਲੋਕ ਦੋਵੇਂ ਸਵਰ ਗਏ। ਹਲਤ ਪਲਤ ਪਾਰ ਬ੍ਰਹਮ ਸਵਾਰੀ ਕਾਰਜ ਹੋਏ ਸਗਲੇ ਪੂਰੇ। ਸਾਡੀ ਜ਼ਿੰਦਗੀ ਦੇ ਸਾਰੇ ਕਾਰਜ ਸੰਪੂਰਨ ਹੋ ਗਏ। ਤਾਂ ਇਸ ਕਾਰਨ ਕਰਕੇ ਨਾਮ ਹੀ ਹਰ ਪ੍ਰਕਾਰ ਦੀ ਕਿਰਪਾ ਕਰੇਗਾ। ਇਹ ਗੁਰੂ ਜੀ ਨੇ ਵਾਕ ਉਚਾਰੇ ਹਨ। ਗ੍ਰਸਤ ਵਿਖੇ ਸੁਖ ਲਹੋ ਸੁਖਾਰੇ। ਮਹਾਰਾਜ ਕਹਿਣ ਲੱਗੇ ਗ੍ਰਸਤ ਵਿਖੇ ਸੁਖ ਲਹੋ ਸੁਖਾਰੇ। ਗ੍ਰਸਤੀ ਜੀਵਨ ਧਾਰਨ ਕਰੋ। ਗ੍ਰਸਤੀ ਜੀਵਨ ਦੇ ਵਿੱਚ ਰਹਿੰਦਿਆਂ ਹੋਇਆਂ ਤੁਹਾਨੂੰ ਵੱਡੇ ਸੁੱਖਾਂ ਦੀ ਪ੍ਰਾਪਤੀ ਹੋਏਗੀ। ਇਹ ਗੁਰੂ ਜੀ ਬਚਨ ਉਚਾਰਦੇ ਹਨ। ਜਥਾ ਕਰਨ ਤਪ ਵਿਪਨ ਮਜਾਰੇ। ਮਹਾਰਾਜ ਕਹਿਣ ਲੱਗੇ 2 ਘੜੀਆਂ ਰੱਬ ਦੇ ਪਿਆਰਿਆਂ ਦੇ ਕੋਲ ਬਹਿ ਕੇ ਪਰਮੇਸ਼ਰ ਦਾ ਨਾਮ ਜਪ ਲੈਣਾ, ਇਹ ਸਦੀਆਂ ਤੱਕ ਜੰਗਲਾਂ ਦੇ ਵਿੱਚ ਭਟਕਦੇ ਰਹਿਣ ਦੇ ਬਰਾਬਰ ਹੈ। ਭਾਵ ਕਿ ਕਿੱਥੇ ਸਦੀਆਂ ਤੱਕ ਬੰਦਾ ਜੰਗਲਾਂ ਦੇ ਵਿੱਚ ਭਟਕਦਾ ਰਿਹਾ, ਕੰਦ ਮੂਲ ਖਾ ਕੇ ਗੁਜ਼ਾਰਾ ਕੀਤਾ, ਸਰੀਰ ਦੇ ਉੱਪਰ ਵਸਤਰ ਵੀ ਨਾ ਪਹਿਨੇ, ਭਾਵ ਕਿ ਕਿੰਨੇ ਪ੍ਰਕਾਰ ਦੇ ਕਰਮ ਕਾਂਡ ਕਰ ਲਏ। ਤੇ ਦੂਜੇ ਪਾਸੇ ਮਨੁੱਖ 2 ਘੜੀਆਂ ਬਹਿ ਕੇ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ, ਪਰਮੇਸ਼ਰ ਦੇ ਨਾਮ ਨੂੰ ਆਰਾਧ ਲੈਣਾ ਬਾਕੀ ਸਾਰੇ ਦੇ ਸਾਰੇ ਕਰਮਾਂ ਤੋਂ ਉੱਤਮ ਹੈ। ਗੁਰੂ ਜੀ ਐਸੀ ਸਿੱਖਿਆ ਦਿੰਦੇ ਹਨ। ਦੋਈ ਚਿੰਬੇ ਮਲਿਆਰ ਸਹਾਰੂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਸੰਗਤਾਂ ਲਗਾਤਾਰ ਚੱਲ ਕੇ ਆ ਰਹੀਆਂ ਨੇ। ਸ਼ਿੰਬੇ ਪਰਿਵਾਰ ਦੇ ਵਿੱਚੋਂ 2 ਗੁਰਸਿੱਖ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚੇ ਨੇ, ਜਿਨ੍ਹਾਂ ਵਿੱਚੋਂ ਇੱਕ ਸਿੱਖ ਦਾ ਨਾਮ ਹੈ ਮਲਿਆਰ ਤੇ ਦੂਜੇ ਦਾ ਨਾਮ ਹੈ ਸਹਾਰੂ। ਇਹ ਵੀ ਸਤਿਗੁਰੂ ਦੇ ਚਰਨਾਂ ਵਿੱਚ ਆਏ ਹਨ। ਪਰ ਚਰਨ ਲਖੇ ਗੁਰ ਸੁਖਕਾਰੂ। ਬਾਕੀ ਗੁਰਸਿੱਖਾਂ ਦੀ ਤਰ੍ਹਾਂ ਇਹਨਾਂ ਨੇ ਵੀ ਜਾਣਿਆ ਕਿ ਸਤਿਗੁਰੂ ਸੁੱਖਾਂ ਦੀ ਦਾਤ ਦਿੰਦੇ ਨੇ। ਗੁਰੂ ਜੀ ਧਰਮ ਕਮਾਉਣ ਦਾ ਉਪਦੇਸ਼ ਦਿੰਦੇ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦਿੰਦੇ ਨੇ ਕਿ ਉਹਨਾਂ ਭਾਈ ਆਪਾਂ ਵੀ ਸਤਿਗੁਰੂ ਦੇ ਕੋਲੋਂ ਸਿੱਖਿਆ ਲੈ ਕੇ ਆਈਏ। ਮਨ ਵਿੱਚ ਇਹ ਭਾਵਨਾ ਬਣਾ ਕੇ ਭਾਈ ਮਲਿਆਰ ਤੇ ਭਾਈ ਸਹਾਰੂ ਜੀ ਗੁਰੂ ਜੀ ਦੇ ਚਰਨਾਂ ਵਿੱਚ ਆਏ ਹਨ। ਤਿਨ ਪ੍ਰਤ ਕਰਤੇ ਭਾਈ ਉਪਦੇਸ਼। ਜਦੋਂ ਇਹਨਾਂ ਦੋਨਾਂ ਸਿੱਖਾਂ ਨੇ, ਮਲਿਆਰ ਤੇ ਸਹਾਰੂ ਦੋਨਾਂ ਸਿੱਖਾਂ ਨੇ ਉਪਦੇਸ਼ ਦੀ ਦਾਤ ਮੰਗੀ ਤਾਂ ਗੁਰੂ ਜੀ ਨੇ ਇਵੇਂ ਦੇ ਬਚਨ ਉਚਾਰੇ ਸਨ। ਸਿੱਖਣ ਸੇਵਾ ਕਰਿਓ ਵਿਸ਼ੇਸ਼। ਮਹਾਰਾਜ ਕਹਿਣ ਲੱਗੇ ਤੁਹਾਡੇ ਤਾਈਂ ਸਾਡਾ ਉਪਦੇਸ਼ ਹੈ ਕਿ ਤੁਸੀਂ ਬਾਕੀ ਸਿੱਖਾਂ ਦੀ ਸੇਵਾ ਕਰਨੀ। ਮਹਾਰਾਜ ਜੀ ਨੇ ਗੁਰਮੁਖਾਂ ਦੀ ਸੇਵਾ ਨੂੰ ਬਹੁਤ ਉੱਤਮ ਦਰਜਾ ਦਿੱਤਾ ਹੈ। ਜੇ ਕੋਈ ਇਨਸਾਨ ਸੰਗਤ ਦੀ ਸੇਵਾ ਕਰਦਾ ਹੈ, ਇਹਨੂੰ ਸਤਿਗੁਰੂ ਜੀ ਦੁਨੀਆ ਦਾ ਸਭ ਤੋਂ ਵੱਡਾ ਤਪ ਗਿਣਦੇ ਨੇ। ਸੰਸਾਰ ਦੇ ਵਿੱਚ ਬੜੇ ਤਪ ਮਸ਼ਹੂਰ ਨੇ, ਕਈ ਪ੍ਰਕਾਰ ਦੇ ਤਰੀਕਿਆਂ ਦੇ ਨਾਲ ਲੋਕ ਤਪ ਕਰਿਆ ਕਰਦੇ ਸੀ। ਕੋਈ ਪਾਣੀ ਦੇ ਵਿੱਚ ਖਲੋ ਕੇ ਤਪ ਕਰਨ ਲੱਗ ਪੈਂਦਾ ਸੀ ਤੇ ਕੋਈ ਇੱਕ ਲੱਤ ਦੇ ਉੱਪਰ ਖਲੋ ਕੇ ਤਪ ਕਰਿਆ ਕਰਦਾ ਸੀ। ਮੁੱਖ ਦੀ ਗੱਲ ਇਹ ਕਿ ਸਰੀਰ ਨੂੰ ਵੱਧ ਤੋਂ ਵੱਧ ਜਿਸ ਕਾਰਜ ਵਿੱਚ ਤਪਾਇਆ ਜਾਏ ਉਸੇ ਨੂੰ ਤਪ ਸਾਧਨਾ ਕਹਿੰਦੇ ਨੇ। ਆਪਣੇ ਸਰੀਰ ਨੂੰ ਦੁਖੀ ਕਰਨਾ, ਕੰਦ ਮੂਲ ਘਾਹ ਬੂਟੇ ਖਾ ਕੇ ਗੁਜ਼ਾਰਾ ਕਰਨਾ ਤੇ ਪ੍ਰਸ਼ਾਦਾ ਪਾਣੀ ਛਕਣਾ ਕੋਈ ਨਾ। ਮਹਾਰਾਜ ਜੀ ਨੇ ਬਾਣੀ ਵਿੱਚ ਸਮਝਾਇਆ, ਗੁਰ ਸੇਵਾ ਤਪਾਂ ਸਿਰ ਤਪਸਾਰ। ਇੱਕ ਪਾਸੇ ਕਿਸੇ ਮਨੁੱਖ ਨੇ ਕਈ ਸਾਲ ਲਗਾਤਾਰ ਜੰਗਲਾਂ ਦੇ ਵਿੱਚ ਰਹਿ ਕੇ ਤਪ ਸਾਧਿਆ ਹੋਵੇ, ਭਾਵ ਕਿ ਸਰੀਰ ਤੇ ਵਸਤਰ ਵੀ ਨਾ ਪਹਿਨਦੇ ਹੋਣ, ਗਰਮੀ ਸਰਦੀ ਤਣ ਤੇ ਸਹਾਰੀ ਹੋਵੇ, ਤੇ ਉਸ ਮਨੁੱਖ ਨੇ ਕੰਦ ਮੂਲ ਖਾ ਕੇ, ਰੁੱਖਾਂ ਦੇ ਪੱਤੇ ਖਾ ਕੇ ਗੁਜ਼ਾਰਾ ਕੀਤਾ ਹੋਵੇ। ਬੜਾ ਔਖਾ ਸਮਾਂ ਉਹਨੇ ਲੰਘਾਇਆ ਹੈ। ਪਰ ਹਜ਼ੂਰ ਜੀ ਕਹਿਣ ਲੱਗੇ ਇੱਕ ਪਾਸੇ ਤਾਂ ਆ ਕਰਮਕਾਂਡੀ ਬੰਦਾ ਤੇ ਦੂਜੇ ਪਾਸੇ ਰੱਬ ਦਾ ਪਿਆਰਾ ਗੁਰਮੁਖਾਂ ਦੀ ਸੇਵਾ ਕਰਨ ਲੱਗ ਪਿਆ, ਸਾਧੂਆਂ ਦੀ ਸੰਗਤ ਕਰਨ ਲੱਗ ਪਿਆ। ਮਹਾਰਾਜ ਕਹਿਣ ਲੱਗੇ ਇੱਕ ਪਾਸੇ ਕਈ ਸਾਲਾਂ ਦਾ ਤਪ ਤੇ ਇੱਕ ਪਾਸੇ 2 ਘੜੀਆਂ ਕੀਤੀ ਹੋਈ ਸੱਚ ਦੀ ਸੰਗਤ ਤੇ ਗੁਰਮੁਖਾਂ ਦੀ ਕੀਤੀ ਹੋਈ ਸੇਵਾ, ਇਹ ਜ਼ਿਆਦਾ ਮਹਾਨ ਤੇ ਜ਼ਿਆਦਾ ਵੱਡੀ ਹੈ। ਗੁਰ ਸੇਵਾ ਤਪਾਂ ਸਿਰ ਤਪਸਾਰ। ਗੁਰੂ ਦੀ ਸੇਵਾ, ਸੰਗਤ ਦੀ ਸੇਵਾ, ਇਹ ਸਭ ਤੋਂ ਵੱਡਾ ਤਪ ਗਿਣਿਆ ਜਾਏਗਾ। ਇਹ ਗੁਰੂ ਜੀ ਬਚਨ ਉਚਾਰਦੇ ਹਨ। ਸੀਵਾਂ ਬਸਤਰੇ ਅੰਗ ਪਹਿਰਾਵੋ। ਮਹਾਰਾਜ ਕਹਿਣ ਲੱਗੇ ਭਾਈ ਗੁਰਸਿੱਖੋ, ਤੁਸੀਂ ਕੱਪੜੇ ਸਿਲਾਈ ਕਰਨ ਦਾ ਕਾਰਜ ਕਰਦੇ ਹੋ ਤੇ ਜ਼ਿਆਦਾ ਨਹੀਂ ਕਰਨਾ ਤੇ ਕਿਸੇ ਗਰੀਬ ਲੋੜਵੰਦ ਦੀ ਮਦਦ ਕਰ ਦੇਣੀ। ਉਹਦੇ ਕੋਲੋਂ ਤੁਸੀਂ ਪੈਸੇ ਨਾ ਲਿਓ ਤੇ ਬਗੈਰ ਕੋਈ ਪੈਸੇ ਲੈਣ ਤੋਂ ਉਹਨੂੰ ਕੱਪੜੇ ਸਿਲਾਈ ਕਰਕੇ ਦੇ ਦਿੱਤੇ। ਇਹ ਵੀ ਸੇਵਾ ਤੁਹਾਡੀ ਥਾਂ ਪੈ ਜਾਏਗੀ। ਕੋਈ ਰੱਬ ਦਾ ਪਿਆਰਾ ਤੁਹਾਡੇ ਕੋਲੋਂ ਕੱਪੜੇ ਸਿਲਾਈ ਕਰਵਾਉਣ ਵਾਸਤੇ ਪਹੁੰਚ ਗਿਆ
ਤੁਸੀਂ ਬਾਕੀ ਸਾਰਿਆਂ ਦੇ ਕੋਲੋਂ ਧਨ ਲੈਂਦੇ ਹੋ, ਪਰ ਕੋਈ ਗੁਰਮੁਖ ਆ ਗਿਆ, ਮਹਾਰਾਜ ਕਹਿਣ ਲੱਗੇ ਉਹਦੇ ਕੋਲੋਂ ਧਨ ਨਹੀਂ ਤੁਸੀਂ ਲੈਣਾ ਹੈ। ਜਦੋਂ ਤੁਸੀਂ ਉਹਦੇ ਕੋਲ ਧਨ ਨਹੀਂ ਲਓਗੇ ਤੇ ਬਗੈਰ ਪੈਸੇ ਲਏ ਤੋਂ ਕੱਪੜੇ ਸਿਲਾਈ ਕਰਕੇ ਦਿਓਗੇ, ਮਹਾਰਾਜ ਕਹਿੰਦੇ ਇਹ ਵੀ ਤੁਹਾਡਾ ਲੇਖੇ ਦੇ ਵਿੱਚ ਲੱਗ ਜਾਏਗਾ। ਹਜ਼ੂਰ ਕਹਿਣ ਲੱਗੇ ਜਿਵੇਂ ਜਿਵੇਂ ਤੁਸੀਂ ਗੁਰਮੁਖਾਂ ਦੀ ਸੇਵਾ ਕਰੋਗੇ ਤੁਹਾਡੇ ਤੇ ਹੋਰ ਵੀ ਕਿਰਪਾ ਹੋਵੇਗੀ। ਹੋਈ ਮਲੀਨ ਜੀ ਮੈਲ ਗਵਾਵੋ। ਜਿਵੇਂ ਜਿਵੇਂ ਤੁਸੀਂ ਇਸ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਜਾਓਗੇ, ਲੋੜਵੰਦਾਂ ਦੀ ਸਹਾਇਤਾ ਕਰਦੇ ਜਾਓਗੇ, ਗੁਰਮੁਖਾਂ ਦੀ ਸੇਵਾ ਕਰਦੇ ਜਾਓਗੇ, ਤੁਹਾਡੇ ਮਨ ਤੇ ਲੱਗੀ ਹੋਈ ਮੈਲ ਉਤਰ ਜਾਏਗੀ ਤੇ ਤੁਹਾਡਾ ਹਿਰਦਾ, ਤੁਹਾਡਾ ਮਨ ਪਾਕ ਪਵਿੱਤਰ ਹੋ ਜਾਏਗਾ, ਸਾਰੀ ਦੀ ਸਾਰੀ ਮੈਲ ਖਤਮ ਹੋ ਜਾਏਗੀ। ਇਹ ਗੁਰੂ ਜੀ ਨੇ ਬਚਨ ਉਚਾਰੇ ਹਨ। ਉਜਰਿਆ ਛੇ ਕਰ ਕਰ ਦਿਓ। ਮਹਾਰਾਜ ਕਹਿਣ ਲੱਗੇ ਕੋਈ ਗੁਰਸਿੱਖ ਪਿਆਰਾ ਆ ਜਾਏ ਤੇ ਉਹਦੇ ਵਸਤਰਾਂ ਦੀ ਵੀ ਸੇਵਾ ਕਰ ਦੇਣੀ। ਮਹਾਰਾਜ ਸੱਚੇ ਪਾਤਸ਼ਾਹ ਨੇ ਹਰ ਪ੍ਰਕਾਰ ਦੀ ਸੇਵਾ ਦੀ ਗੱਲ ਕਹੀ। ਭੁੱਖੇ ਨੂੰ ਪ੍ਰਸ਼ਾਦਾ ਛਕਾ ਕੇ ਸੇਵਾ, ਪਿਆਸੇ ਨੂੰ ਜਲ ਦੇ ਕੇ ਸੇਵਾ, ਨਿਰਵਸਤਰ ਬੰਦੇ ਨੂੰ ਵਸਤਰ ਦੇ ਕੇ ਸੇਵਾ, ਹਰ ਪ੍ਰਕਾਰ ਦੀ ਸੇਵਾ ਕਰਦੇ ਰਹਿਣਾ, ਅਸੀਂ ਤੁਹਾਡੇ ਅੰਗ ਸੰਗ ਸਹਾਈ ਹੋਵਾਂਗੇ। ਇਹ ਗੁਰੂ ਜੀ ਨੇ ਬਚਨ ਉਚਾਰੇ ਹਨ। ਔਰ ਉਜਲਤਾ ਪੁਨ ਤਮਲ। ਮਹਾਰਾਜ ਕਹਿਣ ਲੱਗੇ ਜਿਵੇਂ ਜਿਵੇਂ ਸੇਵਾ ਕਰਦੇ ਜਾਓਗੇ ਔਰ ਉਜਲਤਾ, ਔਰ ਮਤਲਬ ਹਿਰਦਾ, ਉਜਲਤਾ ਦਾ ਮਤਲਬ ਸਫਾਈ, ਤੁਹਾਡੇ ਹਿਰਦੇ ਦੀ ਸਫਾਈ ਹੋ ਜਾਏਗੀ, ਭਾਵ ਕਿ ਤੁਹਾਡੀ ਮੈਲ, ਤੁਹਾਡੀ ਮਲੀਨਤਾ ਮੁੱਕ ਜਾਏਗੀ। ਵਾਹਿਗੁਰੂ ਜੀ ਐਸੀ ਕਿਰਪਾ ਕਰਨਗੇ। ਗੁਰ ਕੇ ਸੰਗ ਗੰਢ ਤਬ ਪਰੇ। ਮਹਾਰਾਜ ਕਹਿਣ ਲੱਗੇ ਗੁਰੂ ਦੇ ਨਾਲ ਤੁਹਾਡੀ ਗਾਂਢੀ ਤਾਂ ਪਏਗੀ। ਜਾਂ ਤੁਸੀਂ ਗੁਰਮੁਖਾਂ ਦੀ ਸੇਵਾ ਕਰੋਗੇ, ਗੁਰੂ ਕੇ ਪਿਆਰਿਆਂ ਦੀ ਤੁਸੀਂ ਸੇਵਾ ਕਰਦੇ ਰਹੋਗੇ ਤੇ ਮਹਾਰਾਜ ਕਹਿਣ ਲੱਗੇ ਫਿਰ ਸਤਿਗੁਰੂ ਦੇ ਘਰ ਨਾਲ ਤੁਹਾਡਾ ਗਾਂਢਾ ਪੈ ਜਾਏਗਾ ਔਰ ਐਸੀ ਗੰਢ ਵੱਜੇਗੀ ਜਿਹੜੀ ਦੁਬਾਰਾ ਕਦੇ ਵੀ ਨਹੀਂ ਖੁੱਲੇਗੀ। ਗੁਰੂ ਜੀ ਐਸੇ ਵਾਕ ਉਚਾਰਦੇ ਹਨ। ਸਤ ਸੰਗਤ ਮਨ ਕੀ ਮਲ ਹਰੈ। ਸਤ ਸੰਗਤ ਮਨ ਕੀ ਮਲ ਹਰੈ। ਗੁਰੂ ਦੀ ਸੰਗਤ, ਸਤ ਸੰਗਤ ਕੀ ਕਿਰਪਾ ਕਰਦੀ ਹੈ, ਮਨ ਦੀ ਮੈਲ ਉਤਾਰ ਦਿੰਦੀ ਹੈ। ਤੁਸੀਂ ਰੱਬੀ ਪਿਆਰਿਆਂ ਦੀ ਸੰਗਤ ਕਰਦੇ ਰਹਿਣਾ, ਜਿਵੇਂ ਜਿਵੇਂ ਗੁਰਮੁਖਾਂ ਦੀ ਸੰਗਤ ਕਰੋਗੇ ਤੁਹਾਡੀ ਮੈਲ ਉਤਰ ਜਾਏਗੀ, ਤੁਹਾਡੇ ਮਨ ਦੀ ਮੈਲ ਚਲੇ ਜਾਏਗੀ। ਹਜ਼ੂਰ ਨੇ ਐਸੇ ਵਾਕ ਉਚਾਰੇ ਹਨ। ਸ਼ਰਧਾ ਧਰਿਓ ਕਰੋ ਗੁਰ ਸੇਵਾ। ਬਿਲਕੁਲ ਮਨ ਵਿੱਚ ਸ਼ਰਧਾ ਧਾਰਨ ਕਰਕੇ, ਪਿਆਰ ਧਾਰਨ ਕਰਕੇ ਸਤਿਗੁਰੂ ਦੀ ਸੇਵਾ ਕਰਨੀ ਹੈ। ਸਿਮਰੋ ਨਾਮ ਜੋ ਦੇਵਨ ਦੇਵਾ। ਸਿਮਰੋ ਨਾਮ ਜੋ ਦੇਵਨ ਦੇਵਾ, ਜਿਹੜਾ ਦੇਵਤਿਆਂ ਦਾ ਵੀ ਦੇਵਤਾ ਹੈ। ਵਾਹਿਗੁਰੂ ਪਰਮੇਸ਼ਰ ਜੋ ਦੇਵਤਿਆਂ ਦਾ ਦੇਵਤਾ ਹੈ, ਸਭ ਤੋਂ ਵੱਡਾ ਹੈ, ਉਹਦੇ ਨਾਮ ਨੂੰ ਸਿਮਰਨਾ ਹੈ। ਇੱਕ ਪਾਦਾ ਬੁੱਲਾ ਜਿਸ ਨਾਮ। ਇਹਦੇ ਤੋਂ ਬਾਅਦ ਸਤਿਗੁਰੂ ਦੀ ਹਜ਼ੂਰੀ ਵਿੱਚ ਇੱਕ ਪਾਂਧਾ ਪਹੁੰਚੇ। ਇੱਕ ਪਾਂਧਾ ਬੁੱਲਾ ਜਿਸ ਨਾਮ। ਪਾਂਧਾ ਦਾ ਅਰਥ ਹੁੰਦਾ ਹੈ ਪੜ੍ਹਾਉਣ ਵਾਲਾ, ਵਿਦਿਆ ਦੇਣ ਵਾਲਾ ਇਨਸਾਨ। ਪੁਰਾਣੇ ਸਮੇਂ ਦੇ ਅੰਦਰ ਅਕਸਰ ਹੀ, ਕਿਉਂਕਿ ਅੱਜ ਕੱਲ੍ਹ ਦੀ ਤਰ੍ਹਾਂ ਉਦੋਂ ਸਕੂਲ ਕਾਲਜ ਨਹੀਂ ਹੋਇਆ ਕਰਦੇ ਸਨ, ਤਾਂ ਉਹਨਾਂ ਸਮਿਆਂ ਦੇ ਵਿੱਚ ਜਾਂ ਤਾਂ ਮਦਰਸਿਆਂ ਦੇ ਵਿੱਚ ਮੌਲਵੀ ਪੜ੍ਹਾਇਆ ਕਰਦੇ ਸੀ। ਮੁੱਲਾਂ ਜਿਹੜੇ ਸਨ ਉਹ ਮਦਰਸਿਆਂ ਦੇ ਵਿੱਚ ਵਿਦਿਆ ਦਿਆ ਕਰਦੇ ਸੀ ਤੇ ਦਿਵਾਲਿਆਂ ਦੇ ਵਿੱਚ, ਦਿਵਾਲਿਆ ਮਤਲਬ ਮੰਦਰਾਂ ਦੇ ਵਿੱਚ ਜਿਹੜੇ ਪੁਜਾਰੀ ਹੁੰਦੇ ਸਨ, ਜੋ ਪੰਥ ਦੇ ਇਤਿਆਦਿਕ ਹੋਇਆ ਕਰਦੇ ਸੀ, ਉਹ ਬੱਚਿਆਂ ਨੂੰ ਵਿਦਿਆ ਸਿਖਾਇਆ ਕਰਦੇ ਸੀ। ਤੇ ਜਿਹੜਾ ਵਿਦਿਆ ਦੇਣ ਵਾਲਾ ਹੁੰਦਾ ਸੀ, ਵਿਦਿਆ ਦਾਤਾ, ਜਿਹਨੂੰ ਅੱਜ ਕੱਲ੍ਹ ਦੀ ਭਾਸ਼ਾ ਵਿੱਚ ਆਪਾਂ ਅਧਿਆਪਕ ਜਾਂ ਟੀਚਰ ਕਹਿ ਦਿੰਦੇ ਹਾਂ, ਉਹਨਾਂ ਸਮਿਆਂ ਵਿੱਚ ਅਧਿਆਪਕ ਲਈ ਸ਼ਬਦ ਪਾਂਧਾ ਵਰਤਿਆ ਜਾਂਦਾ ਸੀ। ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਵੀ ਪਾਂਧਾ ਸ਼ਬਦ ਕਈ ਵਾਰ ਵਰਤਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਤਿਗੁਰੂ ਜੀ ਵਾਸਤੇ ਸ਼ਬਦ ਪਾਂਧਾ ਵਰਤ ਲਿਆ ਇੱਕ ਜਗ੍ਹਾ ਤੇ। ਜਦੋਂ ਗੌੜੀ ਰਾਗ ਦੇ ਵਿੱਚ ਆਪਾਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਮਹਾਰਾਜ ਜੀ ਦੇ ਬਚਨ ਨੇ, ਮੇਰੇ RAM ਹਮ ਬਾਰਿਕ ਹਰ ਪ੍ਰਭ ਕੇ ਹੈ ਇਆਣੇ, ਧੰਨ ਧੰਨ ਗੁਰ ਸਤਿਗੁਰ ਪਾਂਧਾ ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਹੇ ਵਾਹਿਗੁਰੂ ਜੀ, ਅਸੀਂ ਇਆਣੇ ਬਾਲਕ ਹਾਂ, ਅਣਜਾਣ ਬੱਚੇ ਹਾਂ। ਧੰਨਤਾ ਦੇ ਯੋਗ ਨੇ ਸਤਿਗੁਰੂ ਜੀ, ਸਾਡੇ ਅਧਿਆਪਕ, ਸਾਡੇ ਪਾਂਧੇ, ਸਾਡੇ ਟੀਚਰ, ਜਿਨ੍ਹਾਂ ਨੇ ਨਾਮ ਦੀ ਸਿੱਖਿਆ ਦੇ ਕੇ ਸਾਨੂੰ ਸਿਆਣੇ ਬਣਾ ਦਿੱਤਾ ਹੈ। ਪਹਿਲਾਂ ਅਸੀਂ ਮੂਰਖ ਤੇ ਅਣਜਾਣ ਸਾਂ, ਪਰ ਗੁਰੂ ਨੇ ਕਿਰਪਾ ਕਰਕੇ ਸਾਨੂੰ ਸੋਝੀ ਬਖਸ਼ਿਸ਼ ਕਰ ਦਿੱਤੀ। ਤਾਂ ਇਸ ਤਰ੍ਹਾਂ ਪਾਂਧਾ ਸ਼ਬਦ ਪੜ੍ਹਾਉਣ ਵਾਲੇ ਵਾਸਤੇ ਵਰਤੇ ਨੇ। ਮਹਾਰਾਜ ਗੁਰੂ ਅਮਰਦਾਸ ਜੀ ਦੀ ਹਜ਼ੂਰੀ ਵਿੱਚ ਇੱਕ ਪਾਂਧਾ ਪਹੁੰਚਿਆ ਹੈ, ਜਿਹੜਾ ਕਿ ਬੱਚਿਆਂ ਨੂੰ ਪੜ੍ਹਾਇਆ ਕਰਦਾ ਸੀ।
ਤੇ ਇਹਦਾ ਨਾਮ ਸੀ ਬੂਲਾ। ਇੱਕ ਪੰਧ ਆ ਬੂਲਾ ਜਿਸ ਨਾਮ, ਇੱਕ ਪੰਧ ਆ ਜਿਹਦਾ ਨਾਮ ਬੂਲਾ ਹੈ, ਗੁਰੂ ਜੀ ਦੇ ਦਰਬਾਰ ਵਿੱਚ ਆਇਆ ਸੀ। ਨਮੋ ਠਾਨ ਆਇਓ ਗੁਰ ਸਾਮ। ਭਾਈ ਸਾਹਿਬ ਲਿਖਦੇ ਨੇ ਨਮੋ ਠਾਨ ਆਇਓ ਗੁਰ ਸਾਮ। ਨਮੋ ਠਾਨ ਦਾ ਅਰਥ ਹੈ ਨਮਸਕਾਰ ਕਰਕੇ। ਬਾਕੀ ਸੰਗਤ ਦੀ ਤਰ੍ਹਾਂ ਇਹ ਵੀ ਜਦੋਂ ਚੱਲ ਕੇ ਆਇਆ ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। हे ਸਤਿਗੁਰੂ ਜੀ, हे ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਮੈਂ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਹਾਂ, ਤੁਸੀਂ ਮੇਰੇ ਤੇ ਕਿਰਪਾ ਕਰ ਦੇਵੋ। ਕਹਿਤ ਭਇਓ ਸੇਵਾ ਨਹੀਂ ਹੋਏ। ਹੱਥ ਬਣ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ, ਮੈਨੂੰ ਤਾਂ ਇੰਜ ਲੱਗਦਾ ਕਿ ਮੇਰਾ ਸਾਰੇ ਦਾ ਸਾਰਾ ਜੀਵਨ ਅਜਾਈ ਚਲਾ ਗਿਆ। ਮਹਾਰਾਜ ਕਹਿਣ ਲੱਗੇ, ਐਸਾ ਕਿਉਂ? ਕਹਿੰਦਾ, ਮਹਾਰਾਜ ਮੈਂ ਤਾਂ ਕਦੇ ਕਿਸੇ ਦੀ ਸੇਵਾ ਹੀ ਨਹੀਂ ਕੀਤੀ ਹੈ। ਤੁਸੀਂ ਬਾਕੀ ਸਿੱਖਾਂ ਨੂੰ ਵਾਰ-ਵਾਰ ਸਮਝਾ ਰਹੇ ਹੋ ਕਿ ਗੁਰਮੁਖਾਂ ਦੀ ਸੇਵਾ ਕਰਿਆ ਕਰੋ, ਰੱਬ ਦੇ ਪਿਆਰਿਆਂ ਦੀ ਸੰਗਤ ਕਰਿਆ ਕਰੋ। ਮਹਾਰਾਜ ਮੈਂ ਤਾਂ ਕਦੇ ਸੇਵਾ ਕੀਤੀ ਹੀ ਨਹੀਂ, ਇਸ ਕਾਰਨ ਕਰਕੇ ਮੇਰਾ ਮਨ ਘਬਰਾਉਂਦਾ ਹੈ, ਮੇਰੇ ਮਨ ਵਿੱਚ ਥਿੜਕਾਅ ਪੈਦਾ ਹੋ ਰਿਹਾ ਹੈ ਕਿ ਮੇਰਾ ਕੀ ਬਣੇਗਾ। ਮੈਂ ਇਹਦੇ ਬਾਰੇ ਸੋਚਦਾ ਹਾਂ। ਦੇਜ ਕੋ ਜਾਨ ਕਰਾਏ ਨਾ ਕੋਈ। हे ਸੱਚੇ ਪਾਤਸ਼ਾਹ ਜੀ, ਮੈਂ ਕਦੇ ਕਿਸੇ ਦੀ ਸੇਵਾ ਨਹੀਂ ਕੀਤੀ। ਤੇ ਦੂਜੇ ਪਾਸੇ ਮਹਾਰਾਜ ਹੁਣ ਲੋਕ ਵੈਸੇ ਵੀ ਸਾਡੇ ਵਰਗੇ ਪਾਂਧਿਆਂ ਤੋਂ ਮੂੰਹ ਮੋੜਨ ਲੱਗ ਪਏ ਨੇ। ਮਹਾਰਾਜ ਕਹਿਣ ਲੱਗੇ, ਉਹ ਕਿਉਂ? ਤੇ ਇਹ ਪਾਂਧਾ ਕਹਿਣ ਲੱਗਾ, ਮਹਾਰਾਜ ਕਾਰਨ ਇਹ ਹੈ, ਅਸੀਂ ਜਿਹੜੀ ਵਿਦਿਆ ਪੜ੍ਹੀ ਹੈ ਉਹ ਕਰਮਾਂ ਕਾਂਡਾਂ ਵਾਲੀ ਵਿਦਿਆ ਹੈ। ਅਸੀਂ ਜਿਹੜੀ ਪੜ੍ਹਾਈ ਕੀਤੀ ਹੈ, ਜਿਹੜੀ ਵਿਦਿਆ ਪੜ੍ਹੀ ਹੈ ਉਹ ਪੁਰਾਤਨ ਗ੍ਰੰਥਾਂ ਵਾਲੀ ਵਿਦਿਆ ਹੈ। ਪਰ ਮਹਾਰਾਜ ਤੁਹਾਡੀ ਬਾਣੀ ਦਾ ਉਪਦੇਸ਼ ਸਾਡੇ ਤੇ ਭਾਰੂ ਪੈ ਗਿਆ। ਲੋਕਾਂ ਨੇ ਸਾਡੇ ਕੋਲੋਂ ਵਿਦਿਆ ਲੈਣੀ ਬੰਦ ਕਰ ਦਿੱਤੀ ਹੈ ਤੇ ਸਾਰੇ ਲੋਕ ਗਿਆਨ ਲੈਣ ਵਾਸਤੇ ਤੁਹਾਡੇ ਘਰ ਵਾਲੇ ਪਾਸੇ ਤੁਰ ਪਏ ਨੇ। ਮਹਾਰਾਜ ਹੁਣ ਲੋਕ ਸਾਡੀਆਂ ਗੱਲਾਂ ਥੋੜਾ ਸੁਣਦੇ ਨੇ। ਜੇ ਮੈਂ ਆਪਣੇ ਧਰਮ ਦੇ ਗ੍ਰੰਥਾਂ ਦੇ ਵਿੱਚੋਂ ਕੁਝ ਪੜ੍ਹ ਕੇ ਸੁਣਾਵਾਂ ਤੇ ਲੋਕ ਮੇਰੀਆਂ ਗੱਲਾਂ ਤੇ ਵਿਸ਼ਵਾਸ ਹੀ ਨਹੀਂ ਕਰਦੇ ਹਨ। ਇਹਨਾਂ ਲੋਕਾਂ ਨੂੰ ਤੁਹਾਡੀ ਬਾਣੀ ਦੇ ਬਚਨਾਂ ਤੇ ਵੱਧ ਭਰੋਸਾ ਹੈ। ਮਹਾਰਾਜ ਫਿਰ ਸਾਡੇ ਵਰਗਿਆਂ ਦਾ ਰਿਜ਼ਕ ਕਿੱਥੋਂ ਚੱਲੇਗਾ? हे ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਡੇ ਬਾਰੇ ਵੀ ਤੁਸੀਂ ਕੁਝ ਸੋਚੋ। हे ਧੰਨ ਗੁਰੂ ਅਮਰਦਾਸ ਮਹਾਰਾਜ, ਕਿਵੇਂ ਸਾਡਾ ਰੋਜ਼ਗਾਰ ਚੱਲੇਗਾ? ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ। ਜਿਸ ਪ੍ਰਕਾਰ ਹੋਈ ਮਮ ਕਲਿਆਣ। ਮਹਾਰਾਜ ਕੋਈ ਐਸਾ ਤਰੀਕਾ ਦੱਸ ਦਿਓ ਜਿਹਦੇ ਨਾਲ ਮੇਰੀ ਕਲਿਆਣ ਹੋ ਜਾਏ, ਲੋਕ ਵੀ ਸਫਲਾ ਹੋਵੇ ਤੇ ਪਰਲੋਕ ਵੀ ਸਫਲਾ ਹੋ ਜਾਏ, ਸੰਸਾਰ ਦੇ ਵਿੱਚ ਵੀ ਮਾਣ ਸਨਮਾਨ ਬਣਿਆ ਰਵੇ ਤੇ ਮਹਾਰਾਜ ਵਾਹਿਗੁਰੂ ਦੇ ਘਰ ਦੇ ਵਿੱਚ ਵੀ ਥਾਂ ਪਾ ਲਈਏ। ਕੋਈ ਐਸਾ ਉਪਦੇਸ਼ ਦੇ ਦੇਵੋ। ਕਰੋ ਆਪ ਉਪਦੇਸ਼ ਬਖਾਨ। ਕਰੋ ਆਪ ਉਪਦੇਸ਼ ਬਖਾਨ। ਮਹਾਰਾਜ ਤੁਸੀਂ ਕਿਰਪਾ ਕਰਕੇ ਕੋਈ ਉਪਦੇਸ਼ ਦੇ ਦਿਓ। हे ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਸਾਨੂੰ ਕਿਰਪਾ ਕਰਕੇ ਕੋਈ ਸਿੱਖਿਆ ਦੇ ਦਿਓ। ਤੁਹਾਡੀ ਸ਼ਰਨ ਵਿੱਚ ਆਏ ਹਾਂ। ਕਰਿਓ ਬਚਨ ਪਠ ਸਤਿਗੁਰੂ ਬਾਣੀ। ਮਹਾਰਾਜ ਜੀ ਨੇ ਫਿਰ ਬਚਨ ਕਿਹਾ ਭਾਈ ਬੁੱਲੇ ਨੂੰ ਉਪਦੇਸ਼ ਦਿੰਦਿਆਂ ਹੋਇਆ। ਸਤਿਗੁਰੂ ਜੀ ਕਹਿਣ ਲੱਗੇ, ਪਹਿਲਾ ਕੰਮ ਤੂੰ ਇਹ ਕਰ, ਪਾਠ ਸਤਿਗੁਰ ਬਾਣੀ, ਸਤਿਗੁਰੂ ਦੀ ਬਾਣੀ ਪੜ੍ਹਿਆ ਕਰ। ਆ ਜਿਹੜੇ ਕਰਮਕਾਂਡੀ ਗ੍ਰੰਥ ਤੋਂ ਪੜ੍ਹਦੇ ਹੁਣ ਉਹਨਾਂ ਦੀ ਗੱਲ ਕਰਨੀ ਛੱਡ ਦੇ। ਜੇ ਗੁਰੂ ਦੀ ਕਿਰਪਾ ਲੈਣੀ ਚਾਹੁੰਦਾ, ਬਖਸ਼ਿਸ਼ ਲੈਣੀ ਚਾਹੁੰਦਾ ਤੇ ਸਤਿਗੁਰੂ ਦੇ ਦਰਬਾਰ ਦੇ ਵਿੱਚ ਆ ਤੇ ਗੁਰੂ ਕੀ ਬਾਣੀ ਦਾ ਪਾਠ ਕਰਿਆ ਕਰ, ਫਿਰ ਤੇਰੇ ਤੇ ਕਿਰਪਾ ਹੋਵੇਗੀ। ਕੀ ਜੈ ਕਥਾ ਪ੍ਰੇਮ ਕੋ ਠਾਨੀ। ਮਹਾਰਾਜ ਕਹਿਣ ਲੱਗੇ, ਦੂਜੀ ਗੱਲ, ਗੁਰਬਾਣੀ ਦੀ ਕਥਾ ਕਰਿਆ ਕਰੋ ਪਿਆਰ ਦੇ ਸਹਿਤ। ਜਿਹਨਾਂ ਗ੍ਰੰਥਾਂ ਦੀ ਹੁਣ ਤੱਕ ਤੋਂ ਗੱਲ ਕਰਦਾ ਰਹੇ, ਹਜ਼ੂਰ ਕਹਿਣ ਲੱਗੇ ਉਹਨਾਂ ਦੀ ਗੱਲ ਕਰਨੀ ਹੁਣ ਬੰਦ ਕਰ ਦੇ। ਉਹ ਸਮਾਂ ਹੁਣ ਬੀਤ ਚੁੱਕਾ ਹੈ। ਹੁਣ ਉਹ ਯੱਗ ਕਰਾਉਣੇ, ਉਹ ਕਰਮ ਕਾਂਡ ਕਰਨੇ। ਮਹਾਰਾਜ ਕਹਿਣ ਲੱਗੇ ਹੁਣ ਇਹ ਕਰਮ ਬੰਦੇ ਨੂੰ ਸ਼ੋਭਾ ਵੀ ਨਹੀਂ ਦਿੰਦੇ ਹਨ। ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਆਰਾਧਨ ਹੈ, ਸਤਿਗੁਰੂ ਦੀ ਬਾਣੀ ਪੜਿਆ ਕਰੋ, ਕਰਮ ਕਾਂਡ ਕਰਨੇ ਛੱਡ ਦਿਓ, ਲੋਕ ਵੀ ਤੁਹਾਡਾ ਸੁਖੀਆ ਹੋਏਗਾ ਤੇ ਪਰਲੋਕ ਵੀ ਸੁਹੇਲਾ ਹੋਏਗਾ। ਇਹ ਗੁਰੂ ਜੀ ਬਚਨ ਉਚਾਰਦੇ ਹਨ। ਸਤ ਸੰਗਤ ਮੈਂ ਕਰਿਓ ਸੁਨਾਮਨ। ਮਹਾਰਾਜ ਕਹਿਣ ਲੱਗੇ ਸਤ ਸੰਗਤ ਵਿੱਚ ਬਹਿ ਕੇ ਕਥਾ ਕਰਨੀ ਤੁਸੀਂ ਜਾਣਦੇ ਹੋ। ਭਾਈ ਬੁੱਲੇ ਨੂੰ ਮਹਾਰਾਜ, ਜਿਹੜਾ ਕਿ ਸੱਚਮੁੱਚ ਇੱਕ ਪਾਂਧਾ ਸੀ, ਉਹ ਵਿਦਿਆ ਵੀ ਦਿਆ ਕਰਦਾ ਸੀ, ਨਾਲੇ ਆਪਣੇ ਧਰਮ ਗ੍ਰੰਥਾਂ ਦੀ ਕਥਾ ਵੀ ਕਰਿਆ ਕਰਦਾ ਸੀ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਉਹਨਾਂ ਗ੍ਰੰਥਾਂ ਦੀ ਕਥਾ ਕਰਨੀ ਤੁਸੀਂ ਬੰਦ ਕਰ ਦਿਓ ਜਿਨ੍ਹਾਂ ਦੀ ਤੁਸੀਂ ਪਹਿਲਾਂ ਕਰਦੇ ਹੋ। ਤੁਸੀਂ ਜੇ ਕਥਾ ਕਰਨੀ ਹੈ ਤੇ ਸਤਿਗੁਰੂ ਦੀ ਬਾਣੀ ਦੀ ਕਰਿਆ ਕਰੋ।
ਜਦ ਤੁਸੀਂ ਸੱਚਮੁੱਚ ਕੁਝ ਕਮਾਈ ਕਰਨੀ ਹੈ, ਫਿਰ ਸੱਚ ਦੀ ਕਮਾਈ ਕਰੋ, ਝੂਠ ਦੀ ਕਾਹਦੇ ਵਾਸਤੇ ਕਰਨੀ ਹੋਈ। ਇਹ ਗੁਰੂ ਜੀ ਨੇ ਬਚਨ ਉਚਾਰੇ ਹਨ। ਗੁਰਮਤਿ ਸਿੱਖਣ ਕਉ ਸਿੱਖ ਰਾਵਨ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪਹਿਲੀ ਗੱਲ ਬਾਣੀ ਪੜ੍ਹਨੀ, ਦੂਜੀ ਗੱਲ ਬਾਣੀ ਦੀ ਕਥਾ ਕਰਨੀ, ਤੇ ਤੀਜੀ ਗੱਲ ਬਾਣੀ ਦੇ ਬਚਨ ਬਾਕੀ ਸੰਗਤਾਂ ਨੂੰ ਸੁਣਾ ਕੇ ਉਹਨਾਂ ਨੂੰ ਗੁਰੂ ਚਰਨਾਂ ਨਾਲ ਜੋੜਨਾ ਹੈ। ਪੋਥੀ ਰਹੋ ਸੁਫਲ ਗੁਰਬਾਣੀ। ਜੇਕਰ ਤੁਸੀਂ ਗੁਰਬਾਣੀ ਦੀ ਗੱਲ ਕਰੋਗੇ, ਗੁਰਬਾਣੀ ਦੀ ਵਿਚਾਰ ਕਰੋਗੇ, ਤੇ ਗੁਰਬਾਣੀ ਰਾਹੀਂ ਤੁਹਾਨੂੰ ਫਲ ਵੀ ਪ੍ਰਾਪਤ ਹੋਏਗਾ। ਗੁਰਬਾਣੀ ਕਦੇ ਵੀ ਕਿਸੇ ਇਨਸਾਨ ਦੀ ਘਾਲਣਾ ਨੂੰ ਅਜਾਈ ਨਹੀਂ ਜਾਣ ਦੇਗੀ। ਗੁਰਬਾਣੀ ਪੜ੍ਹੀ ਹੋਈ ਭਾਵੇਂ ਥੋੜਾ ਸਮਾਂ ਵੀ ਪੜ੍ਹ ਲਓ, ਤੁਹਾਨੂੰ ਸਫਲਤਾ ਦੀ ਦਾਤ ਮਿਲੇਗੀ। ਗੁਰ ਨਿਮਿਤ ਦੀ ਜੈ ਸਿੱਖ ਜਾਣੀ। ਇਥੋਂ ਤੱਕ ਗੁਰ ਨਿਮਿਤ ਭਾਵ ਕਿ ਗੁਰੂ ਦੇ ਨਿਮਿਤ ਬਾਕੀ ਸੰਗਤਾਂ ਨੂੰ ਬਾਣੀ ਦਾ ਉਪਦੇਸ਼ ਦੇਣਾ। ਮਹਾਰਾਜ ਕਹਿਣ ਲੱਗੇ, ਇੱਕ ਗੁਰਮੁਖਾਂ ਦੀ ਸੇਵਾ ਕਰਦੇ ਰਹਿਣਾ, ਦੂਜਾ ਤੁਸੀਂ ਗੁਰਬਾਣੀ ਦਾ ਉਪਦੇਸ਼ ਲੋਕਾਂ ਨੂੰ ਦੇਣਾ, ਤੇ ਤੀਜਾ ਤੁਸੀਂ ਗੁਰਬਾਣੀ ਦੀਆਂ ਪੋਥੀਆਂ ਆਪਣੇ ਹੱਥਾਂ ਦੇ ਨਾਲ ਤਿਆਰ ਕਰਨੀਆਂ। ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਪ੍ਰਿੰਟਡ ਗੁਰਬਾਣੀ ਦੀਆਂ ਪੋਥੀਆਂ ਨਹੀਂ ਸੀ ਹੋਇਆ ਕਰਦੀਆਂ। ਜਦ ਵੀ ਪੋਥੀਆਂ ਦੀ ਲੋੜ ਪੈਂਦੀ ਸੀ, ਕੋਈ ਨਾ ਕੋਈ ਗੁਰਮੁਖ ਪਿਆਰਾ ਉਦੋਂ ਗੁਰਬਾਣੀ ਲਿਖਣ ਦੀ ਸੇਵਾ ਕਰਿਆ ਕਰਦਾ ਸੀ। ਭਾਵ ਕਿ ਹੱਥਾਂ ਦੇ ਨਾਲ ਹੀ ਬਾਣੀ ਲਿਖੀ ਜਾਇਆ ਕਰਦੀ ਸੀ। ਤੇ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿੱਚ, ਆਪਣੀਆਂ ਵਾਰਾਂ ਦੇ ਵਿੱਚ ਗੁਰਬਾਣੀ ਲਿਖਣ ਨੂੰ ਵੀ ਇੱਕ ਬਹੁਤ ਵੱਡੀ ਸੇਵਾ ਗਿਣਿਆ ਹੈ। ਕਿਉਂਕਿ ਗੁਰਬਾਣੀ ਪੜ੍ਹਨ ਲੱਗਿਆਂ ਫਿਰ ਵੀ ਘੱਟ ਸਮਾਂ ਲੱਗਦਾ ਹੈ, ਪਰ ਗੁਰਬਾਣੀ ਲਿਖਣ ਲੱਗਿਆਂ ਬਹੁਤ ਸਮਾਂ ਲੱਗਦਾ ਹੈ। ਇੱਕ ਇੱਕ ਅੱਖਰ ਨੂੰ, ਇੱਕ ਇੱਕ ਲਗ ਮਾਤਰਾ ਨੂੰ ਬੜੇ ਧਿਆਨ ਦੇ ਨਾਲ ਲਿਖਣਾ ਪੈਂਦਾ ਹੈ, ਫਿਰ ਕਿਤੇ ਜਾ ਕੇ ਗੁਰਬਾਣੀ ਲਿਖੀ ਜਾ ਸਕਦੀ ਹੈ। ਤਾਂ ਇਸ ਕਾਰਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਭਾਈ ਬੁੱਲੇ ਨੂੰ ਬਚਨ ਕਹੇ। ਹਜ਼ੂਰ ਕਹਿਣ ਲੱਗੇ, ਉਹਨਾਂ ਗ੍ਰੰਥਾਂ ਦੀ ਗੱਲ ਕਰਨੀ ਬੰਦ ਕਰ ਦਿਓ, ਸੰਗਤ ਦੀ ਸੇਵਾ ਕਰਿਆ ਕਰੋ, ਗੁਰਬਾਣੀ ਪੜ੍ਹਿਆ ਕਰੋ ਤੇ ਗੁਰਬਾਣੀ ਦੀ ਕਥਾ ਕਰਿਆ ਕਰੋ, ਤੁਹਾਡੇ ਤੇ ਜ਼ਰੂਰ ਹੀ ਕਿਰਪਾ ਹੋਵੇਗੀ। ਜੇ ਕੋ ਆਪੇ ਦਰਬ ਦੇ ਜਾਏ। ਮਹਾਰਾਜ ਕਹਿਣ ਲੱਗੇ, ਜਿਸ ਵੇਲੇ ਤੁਸੀਂ ਗੁਰਬਾਣੀ ਦੀਆਂ ਪੋਥੀਆਂ ਤਿਆਰ ਕਰਕੇ ਸੰਗਤ ਵਿੱਚ ਵੰਡਣੀਆਂ ਹਨ, ਜਦੋਂ ਤੁਸੀਂ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਕਰਨੀ ਹੈ, ਤੇ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਆਪਣੇ ਮੂੰਹ ਤੋਂ ਕਿਸੇ ਕੋਲੋਂ ਕੁਝ ਨਹੀਂ ਮੰਗਣਾ ਹੈ। ਭਾਵ ਇਹ ਕਿ ਤੁਸੀਂ ਗੁਰਬਾਣੀ ਦੀਆਂ ਪੋਥੀਆਂ ਲਿਖ ਕੇ ਸੇਵਾ ਕਰ ਦਿੱਤੀ ਹੈ, ਇਹ ਨਹੀਂ ਕਿ ਉਹਦੇ ਵੱਟੇ ਵਿੱਚ ਤੁਸੀਂ ਆਪਣੀ ਜ਼ੁਬਾਨ ਤੋਂ ਧਨ ਮੰਗਣਾ ਸ਼ੁਰੂ ਕਰ ਦਿਓ। ਮੰਗਣਾ ਕੁਛ ਨਹੀਂ ਹੈ। ਹਾਂ, ਸੰਗਤ ਆਪਣੇ ਵੱਲੋਂ ਕੋਈ ਸੇਵਾ ਕਰਦੇ ਤੈਨੂੰ ਹੱਸ ਕੇ ਪ੍ਰਵਾਨ ਕਰ ਲੈਣਾ ਹੈ। ਕੋਈ ਥੋੜੀ ਸੇਵਾ ਦਏ, ਕੋਈ ਜ਼ਿਆਦਾ ਸੇਵਾ ਕਰ ਜਾਏ, ਉਸ ਸੇਵਾ ਨੂੰ ਹੱਥ ਬੰਨ੍ਹ ਕੇ, ਹੱਥ ਜੋੜ ਕੇ, ਸਤ ਵਚਨ ਕਹਿ ਕੇ ਪ੍ਰਵਾਨ ਕਰ ਲੈਣੇ। ਪਰ ਮਹਾਰਾਜ ਕਹਿੰਦੇ ਆਪਣੀ ਜ਼ੁਬਾਨ ਤੋਂ ਕੁਝ ਨਹੀਂ ਮੰਗਣਾ ਹੈ। ਇਹ ਗੁਰੂ ਜੀ ਨੇ ਬਚਨ ਉਚਾਰੇ ਹਨ। ਧਰ ਸੰਤੋਖ ਵਰਤਿਐ ਪਾਏ। ਮਹਾਰਾਜ ਕਹਿਣ ਲੱਗੇ, ਸੰਤੋਖੀ ਸੁਭਾਅ ਹਮੇਸ਼ਾ ਬਣਾ ਕੇ ਰੱਖਣਾ। ਭਾਈ ਬੁੱਲਾ ਜੀ, ਵਾਹਿਗੁਰੂ ਪਰਮੇਸ਼ਰ ਤੁਹਾਡੇ ਤੇ ਤਰੁੱਠ ਕਰਕੇ ਤੁਹਾਨੂੰ ਬੜਾ ਕੁਝ ਦੇਵੇਗਾ। ਜਿਹੜੇ ਲੋਕ ਸੰਤੋਖੀ ਸੁਭਾਅ ਰੱਖਦੇ ਨੇ, ਨਿਰੰਕਾਰ ਉਹਨਾਂ ਦੀਆਂ ਝੋਲੀਆਂ ਭਰਦਾ ਹੈ। ਤੇ ਜਿਹੜੇ ਲੋਕ ਲਾਲਚੀ ਹੋ ਜਾਂਦੇ ਨੇ, ਵਾਹਿਗੁਰੂ ਪਰਮੇਸ਼ਰ ਜੀ ਦੀ ਉਹਨਾਂ ਦੇ ਉੱਪਰ ਫਿਰ ਪ੍ਰਸੰਨਤਾ ਨਹੀਂ ਰਹਿੰਦੀ ਹੈ। ਇਸ ਕਰਕੇ ਹਮੇਸ਼ਾ ਲਾਲਚ ਤੋਂ ਪਰੇ ਰਹਿਣਾ ਤੁਹਾਡਾ ਜ਼ਰੂਰ ਹੀ ਭਲਾ ਹੋਵੇਗਾ। ਨਹੀਂ ਆਪ ਜਾਚੋ ਕਿਸ ਪਾਸੀ। ਨਹੀਂ ਆਪ ਜਾਚੋ ਕਿਸ ਪਾਸੀ। ਮਹਾਰਾਜ ਕਹਿਣ ਲੱਗੇ, ਕਿਸੇ ਕੋਲੋਂ ਮੰਗਣ ਵਾਸਤੇ ਨਹੀਂ ਜਾਣਾ ਹੈ। ਮਤਾ ਕਿਤੇ ਗੁਰਬਾਣੀ ਦੀ ਪੋਥੀ ਲੈ ਕੇ ਦੇਤੀ, ਬਾਅਦ ਚ ਮੰਗਣ ਲੱਗ ਜਾਓ, ਇੰਨੇ ਦੇ ਪੈਸੇ ਬਣਦੇ ਨੇ। ਕੋਈ ਆਪਣੀ ਮਰਜ਼ੀ ਦੇ ਨਾਲ ਦੇ ਜਾਏ ਤੇ ਗੱਲ ਵੱਖਰੀ ਹੈ, ਪਰ ਮੰਗਣਾ ਕਿਸੇ ਕੋਲੋਂ ਨਹੀਂ ਹੈ। ਇਹ ਗੁਰੂ ਜੀ ਨੇ ਵਾਕ ਉਚਾਰੇ ਹਨ। ਇਹ ਸੇਵਾ ਬੜ ਫਲ ਪ੍ਰਕਾਸ਼ੀ। ਮਹਾਰਾਜ ਕਹਿਣ ਲੱਗੇ, ਜੇ ਇਵੇਂ ਦੀ ਸੇਵਾ ਕਰ ਲਓ ਤੇ ਫਿਰ ਇਹ ਉਹ ਸੇਵਾ ਹੈ ਜਿਹੜੀ ਤੁਹਾਡੇ ਅੰਦਰ ਵੱਡਾ ਆਤਮਿਕ ਬਲ ਪੈਦਾ ਕਰੇਗੀ। ਇਹ ਉਹ ਸੇਵਾ ਹੈ ਜਿਹੜੀ ਹਿਰਦਿਆਂ ਨੂੰ ਤਗੜਾ ਬਣਾ ਦਿੰਦੀ ਹੈ। ਤੇ ਇੱਕ ਕਮਦਿਲ ਇਨਸਾਨ ਜਿਹੜਾ ਨਿੱਕੇ ਹਿਰਦੇ ਵਾਲਾ ਹੈ, ਕਮਜ਼ੋਰ ਇਨਸਾਨ, ਉਹਨੂੰ ਵੀ ਵੱਡੀ ਤਾਕਤ ਮਿਲ ਜਾਂਦੀ ਹੈ। ਵਾਹਿਗੁਰੂ ਜੀ ਉਹਦੇ ਤੇ ਕਿਰਪਾ ਕਰਦੇ ਹਨ। ਡੱਲੇ ਵਾਸੀ ਸਿੱਖ ਸਮੁਦਾਏ। ਇਸ ਤਰ੍ਹਾਂ ਡੱਲੇ ਦੀ ਧਰਤੀ ਤੇ ਸਾਰੀਆਂ ਸੰਗਤਾਂ ਮਹਾਰਾਜ ਜੀ ਦੇ ਚਰਨਾਂ 'ਚ ਪਹੁੰਚ ਰਹੀਆਂ ਸੀ। ਜਿੰਨੇ ਵੀ ਸਿੱਖਾਂ ਦਾ ਪਿੱਛੇ ਜ਼ਿਕਰ ਆ ਚੁੱਕਾ ਹੈ, ਇਹ ਡੱਲੇ ਨਗਰ ਦੇ ਰਹਿਣ ਵਾਲੇ ਸਨ। ਇਹਨਾਂ ਸੰਗਤਾਂ ਨੇ ਮਹਾਰਾਜ ਜੀ ਨੂੰ ਸੱਦਾ ਦਿੱਤਾ ਸੀ, ਮਹਾਰਾਜ ਸਾਡੇ ਨਗਰ ਵਿੱਚ ਚਰਨ ਪਾਓ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਡੱਲੇ ਨਗਰ ਦੀਆਂ ਸੰਗਤਾਂ ਨੂੰ ਮਿਲਣ ਵਾਸਤੇ ਆਏ।
ਤੇ ਫਿਰ ਇਹਨਾਂ ਸੰਗਤਾਂ ਨੇ ਇਹ ਸਾਰੇ ਸਵਾਲ ਹੱਥ ਜੋੜ ਕੇ ਪੁੱਛੇ ਤੇ ਮਹਾਰਾਜ ਜੀ ਨੇ ਸਵਾਲਾਂ ਦੇ ਜਵਾਬ ਦਿੱਤੇ ਨੇ। ਇਹਦੇ ਤੋਂ ਬਾਅਦ ਡੱਲੇ ਨਗਰ ਵਿੱਚ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਇਕੱਠੀਆਂ ਹੋ ਕੇ ਗੁਰੂ ਦਰਬਾਰ ਵਿੱਚ ਪਹੁੰਚੀਆਂ ਹਨ। ਇੱਕ ਦਿਨ ਸਕਲੇ ਗੁਰੂ ਟਿਗ ਆਏ। ਇੱਕ ਦਿਨ ਸਕਲ ਗੁਰੂ ਟਿਗ ਆਏ। ਭਾਈ ਸਾਹਿਬ ਕਹਿੰਦੇ ਇੱਕ ਦਿਹਾੜੇ ਦੀ ਗੱਲ ਹੈ ਕਿ ਪੂਰੇ ਦਾ ਪੂਰਾ ਜਿਹੜਾ ਡੱਲਾ ਨਗਰ ਹੈ ਉਹ ਇਕੱਠਾ ਹੋ ਕੇ ਗੁਰੂ ਦਰਬਾਰ ਵਿੱਚ ਪਹੁੰਚਿਆ ਹੈ। ਦੇਖਦੇ ਹੋ ਸਾਂਝਾ ਉਪਦੇਸ਼। ਜਦੋਂ ਮਹਾਰਾਜ ਜੀ ਨੇ ਵੇਖਿਆ ਅੱਜ ਪੂਰੇ ਦਾ ਪੂਰਾ ਨਗਰ ਚੱਲ ਕੇ ਸਾਡੇ ਕੋਲ ਆਇਆ ਹੈ। ਪਹਿਲਾਂ ਤਾਂ ਸਿੱਖ ਅਲੱਗ-ਅਲੱਗ ਆਇਆ ਕਰਦੇ ਸਨ, 2-2 3-3 ਕਰਕੇ ਸਿੱਖ ਮਹਾਰਾਜ ਦੇ ਚਰਨਾਂ 'ਚ ਪਹੁੰਚ ਜਾਇਆ ਕਰਦੇ ਸੀ, ਜਾਂ ਫਿਰ ਭਾਈ ਬੂਲੇ ਵਰਗਾ ਕੋਈ ਇਕੱਲਾ ਸਿੱਖ ਵੀ ਗੁਰੂ ਜੀ ਦੇ ਕੋਲ ਆ ਜਾਇਆ ਕਰਦਾ ਸੀ। ਪਰ ਅੱਜ ਪੂਰੇ ਦਾ ਪੂਰਾ ਨਗਰ ਹੀ ਮਹਾਰਾਜ ਜੀ ਨੂੰ ਮਿਲਣ ਵਾਸਤੇ ਪਹੁੰਚਿਆ ਹੋਇਆ। ਫਿਰ ਹਜ਼ੂਰ ਨੇ ਵੀ ਕਿਰਪਾ ਕੀਤੀ ਸੀ। ਸ਼੍ਰੀ ਸਤਿਗੁਰ ਕਰ ਕਿਰਪਾ ਵਿਸ਼ੇਸ਼। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਇਹਨਾਂ ਸੰਗਤਾਂ ਨੇ ਡੱਲੇ ਨਗਰ ਦੇ ਲੋਕਾਂ ਨੇ ਆ ਕੇ ਬੇਨਤੀ ਕੀਤੀ, ਕਹਿੰਦੇ ਮਹਾਰਾਜ ਸਾਡੇ ਤੇ ਕੋਈ ਵਿਸ਼ੇਸ਼ ਕਿਰਪਾ ਕਰੋ। हे ਗੁਰੂ ਅਮਰਦਾਸ ਮਹਾਰਾਜ, ਇਹ ਸਾਰਾ ਨਗਰ ਤੁਹਾਡੇ ਚਰਨਾਂ ਨਾਲ ਜੁੜਿਆ ਹੋਇਆ ਹੈ। ਇਹ ਨਗਰੀ ਬੜੇ ਭਾਗਾਂ ਵਾਲਾ ਸੀ। ਜਿਸ ਨਗਰ ਵਿੱਚੋਂ ਕੋਈ ਇੱਕ ਵੀ ਇਨਸਾਨ ਕਿਸੇ ਹੋਰ ਥਾਂ ਤੇ ਭਟਕਣ ਵਾਲਾ ਨਹੀਂ, ਬਲਕਿ ਪੂਰੇ ਦਾ ਪੂਰਾ ਨਗਰ ਹੀ ਗੁਰੂ ਸਾਹਿਬ ਦਾ ਸਿੱਖ ਹੋ ਗਏ। ਤਾਂ ਉਹਨਾਂ ਬੇਨਤੀ ਕੀਤੀ ਮਹਾਰਾਜ ਸਾਡੇ ਤੇ ਵਿਸ਼ੇਸ਼ ਕਿਰਪਾ ਕਰੋ। ਫਿਰ ਗੁਰੂ ਜੀ ਨੇ ਕਿਰਪਾ ਵਰਤਾਈ ਸੀ। ਦਿਨ ਗੁਰਪੁਰਬ ਦਰਸ ਸੰਕਰਾਂਤ। ਮਹਾਰਾਜ ਕਹਿਣ ਲੱਗੇ ਠੀਕ ਹੈ, ਜੇ ਤੁਸੀਂ ਧਰਮ ਦਾ ਉਪਦੇਸ਼ ਮੰਗਦੇ ਹੋ ਤੇ ਫਿਰ ਅਸੀਂ ਤੁਹਾਨੂੰ ਖਾਲੀ ਥੋੜਾ ਤੋਰਾਂਗੇ। ਮਹਾਰਾਜ ਕਹਿਣ ਲੱਗੇ ਰੋਜ਼ ਹੀ ਸਤਿਗੁਰੂ ਦੇ ਦਰ ਤੇ ਆਇਆ ਕਰੋ, ਰੋਜ਼ ਗੁਰਬਾਣੀ ਪੜ੍ਹਿਆ ਕਰੋ, ਰੋਜ਼ ਨਿਤਨੇਮ ਕਰਿਆ ਕਰੋ, ਰੋਜ਼ ਅੰਮ੍ਰਿਤ ਵੇਲੇ ਸਾਜਰੇ ਉੱਠ ਕੇ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਿਆ ਕਰੋ। ਹਜ਼ੂਰ ਸੱਚੇ ਪਾਤਸ਼ਾਹ ਨੇ ਕਿਉਂਕਿ ਸਾਂਝਾ ਉਪਦੇਸ਼ ਦੇਣਾ ਹੈ ਤੇ ਗੁਰਮਤਿ ਦੀ ਸਿੱਖਿਆ ਤੇ ਸਤਿਗੁਰੂ ਜੀ ਨੇ ਦੇਣੀ ਹੀ ਦੇਣੀ ਹੈ। ਮਹਾਰਾਜ ਕਹਿਣ ਲੱਗੇ ਰੋਜ਼ ਇਹ ਸਾਰੇ ਦੇ ਸਾਰੇ ਕਰਮ ਤੁਸੀਂ ਕਰਨੇ ਨੇ, ਫਿਰ ਤੁਹਾਡੇ ਤੇ ਕਿਰਪਾ ਵਰਤੇਗੀ। ਦੀਪ ਮਾਲੇ ਆਦਿਕ ਬਖਿਆਤ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਸੰਗਰਾਂਦ, ਮੱਸਿਆ, ਪੁੰਨਿਆ ਇਹ ਕੁਝ ਵਿਸ਼ੇਸ਼ ਦਿਨ ਨੇ। ਇਹਨਾਂ ਦਿਨਾਂ ਤੇ ਵੀ ਸਤਿਗੁਰੂ ਦੇ ਦਰ ਦੀ ਹਾਜ਼ਰੀ ਭਰਦੇ ਰਹਿਣਾ। ਇਹ ਬਚਨ ਮਹਾਰਾਜ ਜੀ ਨੇ ਤਾਂ ਕਹੇ ਨੇ ਕਿਉਂਕਿ ਪੁਰਾਣੇ ਸਮੇਂ 'ਚ ਵੀ ਤੇ ਅੱਜ ਕੱਲ੍ਹ ਵੀ ਬੜੇ ਲੋਕ ਮੱਸਿਆ ਹੋਵੇ, ਪੁੰਨਿਆ ਹੋਵੇ, ਸੰਗਰਾਂਦ ਹੋਵੇ, ਇਹਨਾਂ ਦਿਨਾਂ ਤੇ ਦੇਵੀ ਦੇਵਤਿਆਂ ਦੀ ਪੂਜਾ ਕਰਨ ਵਾਸਤੇ ਨਿਕਲ ਜਾਂਦੇ ਸਨ। ਤੇ ਮਹਾਰਾਜ ਨੇ ਕਿਹਾ ਬਜਾਏ ਇਸ ਗੱਲ ਦੇ ਕਿ ਮੱਸਿਆ, ਸੰਗਰਾਂਦ, ਪੁੰਨਿਆ ਤੇ ਦੂਜੀਆਂ ਥਾਵਾਂ ਤੇ ਜਾਓ, ਇਹਨਾਂ ਦਿਨਾਂ ਵਿੱਚ ਵੀ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਸਿਰ ਝੁਕਾਓ, ਤੁਹਾਡੇ ਤੇ ਕਿਰਪਾ ਹੋਵੇਗੀ। ਹੋਏ ਦੁਸਹਿਰਾ ਮੇਰੀ ਕਿਥਾਏ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕੋਈ ਤੁਹਾਡਾ ਸਾਥੀ ਸੰਸਾਰ ਦੇ ਵਿੱਚੋਂ ਚਲਾ ਜਾਏ, ਮੰਨ ਲਓ ਤੁਹਾਡਾ ਕੋਈ ਸੰਗੀ ਸਾਥੀ ਜਾਂ ਨਗਰ ਦੇ ਵਿੱਚੋਂ ਕੋਈ ਚਲਾ ਗਿਆ। ਹਜ਼ੂਰ ਕਹਿਣ ਲੱਗੇ ਫਿਰ 10ਵੇਂ ਦਿਹਾੜੇ ਜਦੋਂ ਉਹਦਾ ਭੋਗ ਵਗੈਰਾ ਪਾਉਣਾ ਹੈ, ਅੰਤਮ ਅਰਦਾਸ ਕਰਨੀ ਹੈ, ਉਸ ਮੌਕੇ ਤੇ ਸਾਰਿਆਂ ਨੇ ਇਕੱਠੇ ਹੋ ਕੇ ਗੁਰੂ ਚਰਨਾਂ ਦੇ ਵਿੱਚ ਬੇਨਤੀ ਕਰਨੀ ਹੈ। ਦਾਤਾ ਜੀ ਦੇ ਕਹਿਣ ਦਾ ਭਾਵ ਸੀ ਦੁੱਖ ਵੇਲੇ, ਸੁੱਖ ਵੇਲੇ, ਖੁਸ਼ੀ ਵੇਲੇ, ਗਮੀ ਵੇਲੇ ਤੁਸੀਂ ਗੁਰੂ ਨੂੰ ਚੇਤੇ ਕਰਦੇ ਰਹਿਣਾ, ਸਤਿਗੁਰੂ ਜੀ ਤੁਹਾਡੇ ਸਹਾਈ ਹੋਣਗੇ। ਕਰਿਓ ਕਰਾ ਉਸ਼ਾ ਬਧਾਏ। ਮਹਾਰਾਜ ਕਹਿਣ ਲੱਗੇ ਜੇ ਖੁਸ਼ੀ ਦਾ ਸਮਾਂ ਤੇ ਤਾਂ ਵੀ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਰਦਾਸ ਕਰਨੀ ਹੈ, ਤੇ ਜੇ ਗਮੀ ਦਾ ਸਮਾਂ, ਦੁੱਖ ਦਾ ਸਮਾਂ, ਤਾਂ ਵੀ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਰਦਾਸ ਕਰਨੀ। ਕੜਾਹ ਪ੍ਰਸ਼ਾਦ ਨੂੰ ਮੰਨਿਆ ਜਾਂਦਾ ਵੀ ਇੱਕ ਸੰਤੁਲਿਤ ਭੋਜਨ ਹੈ। ਪੁਰਾਣੇ ਸਮੇਂ ਦੇ ਵਿੱਚ ਹੁੰਦਾ ਸੀ ਕਈ ਵਾਰ ਜਦੋਂ ਕਿਸੇ ਘਰ ਵਿੱਚੋਂ ਕੋਈ ਜੀ ਚਲਾਣਾ ਕਰ ਜਾਇਆ ਕਰਦਾ ਸੀ ਤੇ ਲੋਕ ਕਹਿੰਦੇ ਸਨ ਇਸ ਘਰ ਦੇ ਵਿੱਚ ਕਈ ਦਿਹਾੜੇ ਹੁਣ ਮਿੱਠਾ ਪਕਵਾਨ ਨਹੀਂ ਤਿਆਰ ਹੋਏਗਾ। ਉਹਦਾ ਕਾਰਨ ਇਹ ਗਿਣਿਆ ਜਾਂਦਾ ਸੀ ਵੀ ਘਰ ਦੇ ਵਿੱਚ ਤਾਂ ਸੋਗ ਮਨਾਇਆ ਜਾ ਰਿਹਾ, ਅਫਸੋਸ ਮਨਾਇਆ ਜਾ ਰਿਹਾ ਵੀ ਘਰ ਦਾ ਕੋਈ ਜੀ ਚਲਾ ਗਿਆ ਸੰਸਾਰ ਤੋਂ, ਫਿਰ ਘਰ ਦੇ ਵਿੱਚ ਮਿੱਠਾ ਕਿੱਥੋਂ ਤਿਆਰ ਹੋਏਗਾ। ਦੂਜੀ ਗੱਲ, ਲੋਕ ਕਈ ਦਿਹਾੜੇ ਘਰ ਵਿੱਚ ਚੁੱਲ੍ਹੇ 'ਚ ਅੱਗ ਨਹੀਂ ਸੀ ਬਾਲਦੇ, ਕਹਿੰਦੇ ਘਰ ਵਿੱਚ ਪਾਤਕ ਹੋ ਗਏ। ਸੂਤਕ ਅਤੇ ਪਾਤਕ ਦੋ ਸ਼ਬਦ ਵਰਤੇ ਜਾਂਦੇ ਨੇ। ਸੂਤਕ ਦਾ ਮਤਲਬ ਹੁੰਦਾ ਜਦੋਂ ਘਰ ਵਿੱਚ ਬੱਚੇ ਦਾ ਜਨਮ ਹੋਇਆ ਹੋਵੇ, ਜਨਮ ਦੇ ਸਮੇਂ ਦੀ ਅਪਵਿੱਤਰਤਾ ਨੂੰ ਸੂਤਕ ਕਹਿੰਦੇ ਨੇ, ਤੇ ਮੌਤ ਦੇ ਸਮੇਂ ਦੀ ਅਪਵਿੱਤਰਤਾ ਨੂੰ ਪਾਤਕ ਕਹਿੰਦੇ ਨੇ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਸਾਡੇ ਭੁਲੇਖੇ ਦੂਰ ਕੀਤੇ ਹੋਏ ਨੇ। ਲੋਕ ਇਹ ਗੱਲਾਂ ਮੰਨਿਆ ਕਰਦੇ ਸੀ ਪੁਰਾਣੇ ਸਮੇਂ ਦੇ ਵਿੱਚ, ਅੱਜ ਵੀ ਬੜੇ ਲੋਕ ਇਹਨਾਂ
ਗੱਲਾਂ ਤੇ ਭਰੋਸਾ ਕਰੀ ਬੈਠੇ ਨੇ ਕਿ ਜੇ ਕਿਸੇ ਘਰ ਵਿੱਚ ਬੱਚੇ ਦਾ ਜਨਮ ਹੋਇਆ ਉੱਥੇ ਸੂਤਕ ਲੱਗ ਗਿਆ, ਕਈ ਦਿਹਾੜੇ ਘਰ ਵਿੱਚੋਂ ਭੋਜਨ ਨਹੀਂ ਛਕਣਾ। ਜੇ ਘਰ ਵਿੱਚ ਕਿਸੇ ਦੀ ਮੌਤ ਹੋ ਗਈ ਤੇ ਪਾਤਕ, ਮੌਤ ਦੇ ਸਮੇਂ ਦੀ ਅਪਵਿੱਤਰਤਾ, ਉੱਥੇ ਵੀ ਕੁਝ ਨਹੀਂ ਤਿਆਰ ਹੋਏਗਾ। ਗੁਰੂ ਸਾਹਿਬ ਨੇ ਸਾਨੂੰ ਇਹਨਾਂ ਕਰਮਾਂ ਕਾਂਡਾਂ ਦੇ ਵਿੱਚੋਂ ਬਾਹਰ ਕੱਢਿਆ ਤੇ ਮਹਾਰਾਜ ਜੀ ਨੇ ਬਚਨ ਕਹੇ ਸਨ ਕਿ ਸੂਤਕ ਪਾਤਕ ਤੇ ਰੋਕਿਆ ਹੀ ਨਹੀਂ ਜਾ ਸਕਦਾ ਹੈ। ਸੂਤਕ ਪਾਤਕ ਤੇ ਰਸੋਈ ਦੇ ਵਿੱਚ ਵੀ ਤੁਹਾਡੇ ਚੱਲ ਰਿਹਾ। ਜਦੋਂ ਤੁਸੀਂ ਚੁੱਲ੍ਹੇ ਦੇ ਵਿੱਚ ਅੱਗ ਬਾਲਦੇ ਹੋ ਤੇ ਕਿੰਨੇ ਕੀੜੇ ਮਕੌੜਿਆਂ ਦੀ ਮੌਤ ਹੋ ਜਾਂਦੀ ਹੈ, ਉੱਥੇ ਵੀ ਤੇ ਮੌਤ ਹੀ ਹੋ ਰਹੀ ਹੈ। ਫਿਰ ਤਾਂ ਚੁੱਲ੍ਹੇ ਵਿੱਚ ਤਾਂ ਰੋਜ਼ ਹੀ ਅਪਵਿੱਤਰਤਾ ਰਹੇਗੀ। ਜਿਹੜੀਆਂ ਤੁਸੀਂ ਲੱਕੜਾਂ ਬਾਲਦੇ ਹੋ ਜਾਂ ਗੋਹਾ ਬਾਲਦੇ ਹੋ, ਮਹਾਰਾਜ ਕਹਿਣ ਲੱਗੇ ਉਹਦੇ ਵਿੱਚ ਕੀੜੇ ਰੋਜ਼ ਬੱਚਿਆਂ ਨੂੰ ਜਨਮ ਦੇ ਰਹੇ ਨੇ, ਸੂਤਕ ਤਾਂ ਰੋਜ਼ ਹੀ ਹੋ ਰਿਹਾ। ਤਾਂ ਇਹ ਕਰਮ ਕਾਂਡ ਗੁਰੂ ਸਾਹਿਬ ਨੇ ਬੰਦ ਕਰਵਾਏ। ਖੈਰ ਧੰਨ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਇਸ ਪ੍ਰਕਾਰ ਦਾ ਵਹਿਮ ਨਹੀਂ ਆਪਣੇ ਮਨ ਵਿੱਚ ਰੱਖਣਾ ਸੂਤਕ ਪਾਤਕ ਵਾਲਾ। ਬਸ ਇੰਨਾ ਕੰਮ ਕਰਨਾ ਵੀ 10ਵੇਂ ਦਿਹਾੜੇ ਜਦੋਂ ਕਿਸੇ ਜੀਵ ਦੀ ਮੌਤ ਹੋ ਗਈ, ਜਿਸ ਵੇਲੇ ਤੁਸੀਂ ਵਾਹਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਨੀ ਹੈ, ਸਾਰਿਆਂ ਨੇ ਇਕੱਠਿਆਂ ਹੋਣਾ, ਜੋ ਰਿਸ਼ਤੇਦਾਰ, ਸਕੇ ਸੰਬੰਧੀ, ਨਗਰ ਦੇ ਲੋਕ, ਉੱਥੇ ਵੀ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਰਦਾਸ ਕਰਨੀ ਹੈ। ਕਿਉਂਕਿ ਕੜਾਹ ਪ੍ਰਸ਼ਾਦ ਦੀ ਦੇਗ ਵਿੱਚ ਮਿੱਠਾ ਪੈਂਦਾ ਹੈ। ਲੋਕੀ ਕਹਿੰਦੇ ਸਨ ਪ੍ਰਾਣੀ ਦੇ ਚਲਾਣੇ ਤੋਂ ਬਾਅਦ ਮਿੱਠਾ ਨਹੀਂ ਤਿਆਰ ਕੀਤਾ ਜਾ ਸਕਦਾ, ਚੁੱਲ੍ਹੇ 'ਚ ਅੱਗ ਨਹੀਂ ਬਾਲਣੀ। ਗੁਰੂ ਸਾਹਿਬ ਕਹਿੰਦੇ ਚੁੱਲ੍ਹੇ 'ਚ ਅੱਗ ਵੀ ਬਾਲਣੀ ਹੈ ਤੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਤਿਆਰ ਕਰਨੀ ਹੈ। ਅੱਗ ਵੀ ਬਾਲੀ ਜਾਏ ਤੇ ਮਿੱਠਾ ਪਕਵਾਨ ਵੀ ਤਿਆਰ ਹੋਏਗਾ, ਕਿਉਂਕਿ ਕੜਾਹ ਪ੍ਰਸ਼ਾਦ 'ਚ ਮਿੱਠਾ ਪੈਂਦਾ। ਤਾਂ ਇਸ ਤਰ੍ਹਾਂ ਗੁਰੂ ਸਾਹਿਬ ਨੇ ਖੁਸ਼ੀ ਗਮੀ ਦੋਨਾਂ ਥਾਵਾਂ ਤੇ ਸਾਨੂੰ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਨ ਦੀ ਸਿੱਖਿਆ ਦਿੱਤੀ। ਡੱਲੇ ਨਗਰ ਦੀਆਂ ਸੰਗਤਾਂ ਨੂੰ ਮਹਾਰਾਜ ਜੀ ਨੇ ਸਮਝਾਇਆ ਕੋਈ ਪ੍ਰਾਣੀ ਚਲਾਣਾ ਕਰ ਜਾਏ, ਸਾਰਿਆਂ ਨੇ ਇਕੱਠਿਆਂ ਹੋਣਾ, ਅਰਦਾਸ ਕਰਨੀ, ਮਾਲਕ ਜੀ ਤੁਹਾਡੇ ਤੇ ਕਿਰਪਾ ਕਰਨਗੇ। ਗੁਰ ਨਿਮਿਤ ਕਰੇ ਦੇਹੁ ਵਰਤਾਈ। ਮਹਾਰਾਜ ਕਹਿਣ ਲੱਗੇ ਫਿਰ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਗੁਰੂ ਦੀ ਕਿਰਪਾ ਸਮਝਣਾ, ਸੰਗਤ ਵਿੱਚ ਸਾਂਝੇ ਤੌਰ ਤੇ ਵਰਤਾਉਣਾ ਤੇ ਕੜਾਹ ਪ੍ਰਸ਼ਾਦ ਵਰਤਾਉਣ ਲੱਗਿਆਂ ਵੀ ਊਚ ਨੀਚ ਦਾ ਵਿਤਕਰਾ ਨਹੀਂ ਕਰਨਾ। ਇਹ ਨਹੀਂ ਭੁਲੇਖਾ ਬਣਾਉਣਾ ਵੀ ਆ ਨੀਵੀਂ ਜਾਤ ਵਾਲਾ ਇਹਨੂੰ ਥੋੜੀ ਦੇਗ ਦੇਣੀ ਹੈ, ਆ ਉੱਚੀ ਜਾਤ ਵਾਲਾ ਇਹਨੂੰ ਪ੍ਰਸ਼ਾਦ ਜ਼ਿਆਦਾ ਦੇਣਾ ਹੈ। ਮਹਾਰਾਜ ਕਹਿੰਦੇ ਇਹ ਭਰਮ ਵੀ ਆਪਣੇ ਮਨ ਵਿੱਚ ਨਹੀਂ ਪਾਲਣਾ ਹੈ। ਸਾਰਿਆਂ ਨੂੰ ਕਿਣਕਾ ਕਿਣਕਾ ਜਿੰਨਾ ਕੋ ਵੀ ਵੰਡਿਓ ਦੀ ਆ ਸਕਦੀ ਹੈ, ਸਾਰਿਆਂ ਦੇ ਵਿੱਚ ਦੇਗ ਵਰਤਾਉਣੀ ਹੈ। ਇਹ ਗੁਰੂ ਜੀ ਸਿੱਖਿਆ ਦਿੰਦੇ ਹਨ। ਸ਼ਬਦ ਕੀਰਤਨ ਕਰੋ ਬਣਾਈ। ਨਾਲ ਕਹਿਣ ਲੱਗੇ ਸ਼ਬਦ ਕੀਰਤਨ ਕਰੋ ਬਣਾਈ। ਗੁਰੂ ਕੇ ਪਿਆਰੇ ਸਿੱਖੋ, ਗੁਰਬਾਣੀ ਦਾ ਕੀਰਤਨ ਕਰਿਆ ਕਰੋ। ਗੁਰਬਾਣੀ ਦੇ ਕੀਰਤਨ ਤੋਂ ਕਿਸੇ ਨੇ ਟੁੱਟਣਾ ਨਹੀਂ ਹੈ। ਕੀਰਤਨ ਤੁਹਾਡਾ ਪਾਰ ਉਤਾਰਾ ਕਰੇਗਾ। ਪਰਮੇਸ਼ਰ ਦੀ ਬਾਣੀ ਦਾ ਕੀਰਤਨ ਤੁਹਾਡੀ ਜ਼ਿੰਦਗੀ ਨੂੰ ਸੁਖਮਈ ਬਣਾ ਦੇਗਾ। ਇਹ ਗੁਰੂ ਜੀ ਬਚਨ ਉਚਾਰਦੇ ਹਨ। ਸਿੱਖ ਗਰੀਬ ਹੋਏ ਵਸਤਰ ਵਿਹੀਨ। ਨਾਲ ਸਤਿਗੁਰੂ ਜੀ ਕਹਿਣ ਲੱਗੇ ਕੋਈ ਤੁਹਾਨੂੰ ਸਿੱਖ ਮਿਲ ਜਾਏ, ਵਸਤਰ ਵਿਹੀਨ ਦਾ ਮਤਲਬ ਹੈ ਕੱਪੜਿਆਂ ਤੋਂ ਸਖਣਾ। ਕੋਈ ਗਰੀਬੜਾ ਜਿਹਾ ਬੰਦਾ ਹੋਵੇ ਜਿਹਨੇ ਪਾਟੇ ਪੁਰਾਣੇ ਕੱਪੜੇ ਪਾਏ ਹੋਣ, ਉਸ ਦੀ ਜ਼ਰੂਰੀ ਹੀ ਸੇਵਾ ਕਰਨੀ ਹੈ। ਦੀਜੈ ਤਿਸਹਿ ਸੇਵਾਏ ਨਵੀਨ। ਐਸੇ ਗੁਰਸਿੱਖ ਨੂੰ ਨਵੀਨ ਵਸਤਰ ਪਹਿਨਾ ਦੇਣੇ। ਮਹਾਰਾਜ ਕਹਿੰਦੇ ਸਾਡੀ ਖੁਸ਼ੀ ਮਿਲੇਗੀ। ਭਾਵ ਇਹ ਕਿ ਜੇ ਲੋੜਵੰਦਾਂ ਦੀ ਸੇਵਾ ਹੀ ਨਾ ਕੀਤੀ ਤੇ ਗੁਰੂ ਨੂੰ ਭਾਵੇਂ ਆਪਾਂ ਜੋ ਮਰਜ਼ੀ ਭੇਟਾ ਕਰ ਦਈਏ, ਸਤਿਗੁਰੂ ਦੀ ਕਿਰਪਾ ਨਹੀਂ ਕਦੇ ਵੀ ਮਿਲੇਗੀ। ਅਸੀਂ ਆਪ ਮਹਾਰਾਜ ਦੇ ਚਰਨਾਂ ਜਿੰਨੇ ਮਰਜ਼ੀ ਮਹਿੰਗੇ ਤੋਂ ਮਹਿੰਗੇ ਰੁਮਾਲੇ ਭੇਟਾ ਕਰ ਦਈਏ, ਜੇ ਕਿਸੇ ਲੋੜਵੰਦ ਦੀ ਸੇਵਾ ਹੀ ਨਹੀਂ ਆਪਾਂ ਕਰ ਸਕੇ ਤੇ ਗੁਰੂ ਸਾਹਿਬ ਨੇ ਕਹਿਣਾ ਭਾਈ ਗੁਰਸਿੱਖਾ ਮਹਿੰਗੇ ਰੁਮਾਲਿਆਂ ਦਾ ਅਸੀਂ ਕੀ ਕਰਨਾ ਹੈ। ਜਦ ਇੱਕ ਲੋੜਵੰਦ ਦੇ ਰੂਪ ਦੇ ਵਿੱਚ ਅਸੀਂ ਤੇਰੇ ਸਾਹਮਣੇ ਹੁੰਦੇ ਆ, ਉਦੋਂ ਤੂੰ ਸਾਡੀ ਸੇਵਾ ਕਰਦਾ ਨਹੀਂ ਤੇ ਉਂਝ ਤੂੰ ਕਹਿੰਦਾ ਵੀ ਮਹਿੰਗੇ ਤੋਂ ਮਹਿੰਗਾ ਰੁਮਾਲਾ ਗੁਰੂ ਨੂੰ ਭੇਟਾ ਕਰਨਾ ਹੈ। ਗੁਰੂ ਦੀ ਸੇਵਾ ਤਾਂ ਕਰਨੀ ਹੈ, ਜਿੰਨੀ ਹੋ ਸਕੇ ਸੇਵਾ ਕਰਨੀ ਹੈ, ਪਰ ਨਾਲ ਸਤਿਗੁਰੂ ਦੇ ਸਿੱਖਾਂ ਦੀ, ਗੁਰੂ ਦੇ ਪਿਆਰਿਆਂ ਦੀ ਵੀ ਸੇਵਾ ਕਰਨੀ ਹੈ। ਇਹ ਗੁਰੂ ਜੀ ਬਚਨ ਉਚਾਰਦੇ ਹਨ। ਭਿਖੋ ਸੁਦਿਤ ਕੋ ਦੇਹੁ ਆਹਾਰੋ। ਭਿਖੋ ਸ਼ੁੱਧਿਤ ਕੋ ਦੇਹੁ ਆਹਾਰੋ। ਕੋਈ ਸ਼ੁੱਧਤ, ਕੋਈ ਭੁੱਖਾ ਮਿਲ ਜਾਏ, ਭੋਜਨ ਤਿਆਰ ਕਰੋ, ਭੋਜਨ ਛਕਾ ਕੇ ਉਸ ਲੋੜਵੰਦ ਦੀ ਸੇਵਾ ਕਰਨੀ ਹੈ। ਮੇਲ ਕਰ ਸਕਰੇ ਪ੍ਰਤਪਾਰੋ। ਆਪਸ ਵਿੱਚ ਮਿਲ ਕਰਕੇ ਲੋੜਵੰਦਾਂ ਦੀ ਪਾਲਣਾ ਕਰੋ। ਜਿਹੜੇ ਲੋੜਵੰਦ ਨੇ ਤੁਹਾਡੇ ਆਪਣੇ ਨਗਰ ਵਿੱਚ ਹੀ ਕਈ ਲੋੜਵੰਦ ਹੋਣਗੇ। ਮਹਾਰਾਜ ਕਹਿਣ ਲੱਗੇ ਬਾਕੀ ਨਗਰ ਦੇ ਲੋਕ ਏਕਾ ਕਰਕੇ ਆਪਸ ਵਿੱਚ ਗੱਲਬਾਤ ਕਰਕੇ ਉਹਨਾਂ ਲੋੜਵੰਦਾਂ ਦੀ ਸੇਵਾ ਕਰੋ।
ਤੁਹਾਨੂੰ ਸੇਵਾ ਵਾਸਤੇ ਲੋਕ ਬਾਹਰ ਲੱਭਣ ਜਾਣ ਦੀ ਲੋੜ ਨਹੀਂ ਹੈ। ਤੁਹਾਡੇ ਆਲੇ ਦੁਆਲੇ, ਤੁਹਾਡੇ ਆਂਢ ਗੁਆਂਢ, ਤੁਹਾਡੇ ਨਗਰ ਵਿੱਚ ਕਿੰਨੇ ਲੋੜਵੰਦ ਹੋਣਗੇ, ਉਹਨਾਂ ਲੋੜਵੰਦਾਂ ਦੀ ਸੇਵਾ ਕਰਨੀ ਹੈ। ਕਹੀਂ ਸਿੱਖ ਕੋ ਕਾਰਜ ਅਰ ਜਾਏ। ਮਹਾਰਾਜ ਕਹਿਣ ਲੱਗੇ, ਜਿਹੜੇ ਸਿੱਖ ਦੀ ਤੁਸੀਂ ਸੇਵਾ ਕਰੋਗੇ, ਕੋਈ ਬਾਣੀ ਪੜ੍ਹਨ ਵਾਲਾ, ਗੁਰੂ ਨੂੰ ਪਿਆਰ ਕਰਨ ਵਾਲਾ, ਉਹਦੀ ਕੀਤੀ ਹੋਈ ਸੇਵਾ ਤੁਹਾਡੀ ਕਦੇ ਵੀ ਅਜਾਈ ਨਹੀਂ ਜਾਏਗੀ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਸੇਵਾ ਕਦੇ ਅਜਾਈ ਨਹੀਂ ਜਾਂਦੀ ਹੈ। ਜੇ ਤੁਸੀਂ ਪਿਆਰ ਨਾਲ ਗੁਰਮੁਖਾਂ ਦੀ ਸੇਵਾ ਕਰੋਗੇ, ਤੁਹਾਡਾ ਜ਼ਰੂਰ ਹੀ ਭਲਾ ਹੋਵੇਗਾ। ਨਹੀਂ ਤਿਸ ਤੇ ਕਿਉਂ ਬਣ ਆਏ। ਮਹਾਰਾਜ ਕਹਿਣ ਲੱਗੇ, ਕਦੇ ਵੀ ਫਿਰ ਮਨ ਵਿੱਚ ਇਹ ਨਹੀਂ ਵਿਚਾਰ ਲਿਆਉਣੀ ਕਿ ਮੈਂ ਸੇਵਾ ਕੀਤੀ, ਮੈਂ ਫਲਾਣੇ ਬੰਦੇ ਨੂੰ ਕੱਪੜੇ ਲੈ ਕੇ ਦਿੱਤੇ। ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹਮੇਸ਼ਾ ਇਹ ਭਾਵਨਾ ਬਣਾਉਣੀ ਹੈ ਕਿ ਮੈਂ ਜੋ ਸੇਵਾ ਕੀਤੀ, ਉਹ ਸੇਵਾ ਵਾਹਿਗੁਰੂ ਪਰਮੇਸ਼ਰ ਨੇ ਆਪ ਕੀਤੀ, ਮੇਰੇ ਕੋਲ ਕੋਈ ਸਮਰੱਥਾ। ਇਹ ਭਾਵਨਾ ਬਣਾ ਕੇ ਚੱਲਣਾ ਹੈ। ਕਿਤੇ ਇਹ ਨਾ ਹੋਵੇ ਕਿਸੇ ਲੋੜਵੰਦ ਦੀ ਸੇਵਾ ਕਰਦਿਆਂ ਕਰਦਿਆਂ ਨਾਲ ਬੰਦਾ ਹੰਕਾਰੀ ਹੋ ਕੇ ਬਹਿ ਜਾਏ ਵੀ ਮੈਂ ਬਹੁਤ ਵੱਡਾ ਸੇਵਾਦਾਰ ਹਾਂ। ਮਹਾਰਾਜ ਕਹਿਣ ਲੱਗੇ, ਨਿਮਰਤਾ ਵਿੱਚ ਰਹਿਣਾ, ਪਿਆਰ ਵਿੱਚ ਰਹਿਣਾ, ਸੇਵਾ ਕਰਨ ਲੱਗਿਆਂ ਦਿਖਾਵਾ ਨਹੀਂ ਕਰਨਾ, ਔਰ ਜਿੰਨਾ ਵੀ ਹੋ ਸਕੇ ਲੋਕ ਛਿਪ ਕੇ ਸੇਵਾ ਕਰਨੀ। ਲੋਕ ਛਿਪ ਕੇ ਸੇਵਾ ਕਰਨ ਦਾ ਭਾਵ ਇਹ ਹੁੰਦਾ ਹੈ ਵੀ ਮੰਨ ਲਓ ਕਿਸੇ ਬੰਦੇ ਨੂੰ ਵਸਤਰਾਂ ਦੀ ਲੋੜ ਹੈ, ਅਸੀਂ ਉਸ ਨੂੰ ਵਸਤਰ ਦੇ ਕੇ ਸੇਵਾ ਕਰਨੀ ਹੈ ਤੇ ਉਹਨੂੰ ਛੁਪਾ ਕੇ ਵੀ ਸੇਵਾ ਕਰ ਸਕਦੇ ਹਾਂ। ਅੱਜ ਤਾਂ ਬਹੁਤ ਜ਼ਿਆਦਾ ਦਿਖਾਵਾ ਕੀਤਾ ਜਾਂਦਾ ਹੈ। ਮੰਨ ਲਓ ਕਿਸੇ ਨੂੰ, ਕਿਸੇ ਬੱਚੇ ਦੇ ਪੈਰਾਂ 'ਚ ਜੁੱਤੀ ਲੈ ਕੇ ਜੁੱਤੀ ਪਹਿਨਾ ਦਿੱਤੀ ਤੇ ਫਿਰ ਉਹਦੀਆਂ ਫੋਟੋਆਂ ਖਿੱਚ ਕੇ ਲੋਕਾਂ ਨੂੰ ਭੇਜ ਦਿੱਤੀਆਂ ਵੀ ਫਲਾਣੇ ਨੂੰ ਜੁੱਤੀ ਪਹਿਨਾਈ ਹੈ। ਜੇ ਕਿਸੇ ਇਨਸਾਨ ਨੂੰ ਕੋਈ ਵਸਤਰ ਦੇ ਤੇ ਫਿਰ ਫੋਟੋਆਂ ਖਿੱਚ ਕੇ ਪਾ ਦਿੱਤੀਆਂ ਫਲਾਣੇ ਦੀ ਸੇਵਾ ਕੀਤੀ। ਇਹਦੇ ਨਾਲ ਇੱਕ ਬੜਾ ਵੱਡਾ ਨੁਕਸਾਨ ਹੁੰਦਾ। ਵੈਸੇ ਦੋ ਨੁਕਸਾਨ ਹੁੰਦੇ ਨੇ। ਪਹਿਲਾ ਨੁਕਸਾਨ ਇਹ ਹੁੰਦਾ ਆਪਣੇ ਮਨ 'ਚ ਹਉਮੈ ਪੈਦਾ ਹੁੰਦੀ, ਤੇ ਦੂਜਾ ਨੁਕਸਾਨ ਇਹ ਹੁੰਦਾ ਵੀ ਸਾਹਮਣੇ ਵਾਲਾ ਇਨਸਾਨ ਜਿਹਦੀ ਆਪਾਂ ਸੇਵਾ ਕਰ ਰਹੇ ਹਾਂ, ਉਹ ਮਨੁੱਖ ਫਿਰ ਵਿਚਾਰਾ ਮਾਯੂਸ ਹੋ ਜਾਂਦਾ, ਉਦਾਸ ਹੋ ਜਾਂਦਾ ਹੈ। ਉਹਨੂੰ ਇੰਜ ਲੱਗਣ ਲੱਗ ਪੈਂਦਾ ਜਿਵੇਂ ਮੈਂ ਭਿਖਾਰੀ ਹੁੰਨਾ ਤੇ ਫਲਾਣਾ ਬੰਦਾ ਦਾਤਾ ਬਣ ਗਿਆ ਹੈ। ਭਿਖਾਰੀ ਦੀ ਭਾਵਨਾ ਮਨ ਵਿੱਚ ਆਉਂਦੀ ਹੈ ਨਾ। ਉਹ ਇਨਸਾਨ ਜਦੋਂ ਕਿਸੇ ਦੀ ਦਿੱਤੀ ਹੋਈ ਜੁੱਤੀ ਪੈਰਾਂ 'ਚ ਪਾ ਕੇ ਘਰੋਂ ਬਾਹਰ ਨਿਕਲੇਗਾ, ਕਿਸੇ ਦੇ ਦਿੱਤੇ ਹੋਏ ਵਸਤਰ ਸਰੀਰ ਤੇ ਪਹਿਨ ਕੇ ਘਰੋਂ ਬਾਹਰ ਨਿਕਲੇਗਾ, ਤੇ ਲੋਕ ਵੀ ਕਹਿਣਗੇ ਇਹਨੇ ਕਿਹੜਾ ਆਪ ਖਰੀਦੇ ਨੇ ਤੇ ਫਲਾਣੇ ਬੰਦੇ ਨੇ ਲੈ ਕੇ ਦਿੱਤੇ ਨੇ, ਕਿਉਂਕਿ ਫੋਟੋਆਂ ਖਿੱਚ ਕੇ ਪਹਿਲਾਂ ਲੋਕਾਂ ਨੂੰ ਪਾ ਦਿੱਤੀਆਂ ਤੇ ਸੰਸਾਰ ਨੂੰ ਪਹਿਲੇ ਪਤਾ ਲੱਗ ਗਿਆ ਵੀ ਇਸ ਵਿਚਾਰੇ ਕੋਲ ਤੇ ਖਰੀਦਣ ਦੀ ਵੀ ਸਮਰੱਥਾ ਨਹੀਂ, ਇਹ ਤੇ ਫਲਾਣੇ ਬੰਦੇ ਨੇ ਜੁੱਤੀ ਲੈ ਕੇ ਦਿੱਤੀ ਹੈ, ਫਲਾਣੇ ਨੇ ਘਰ ਲੈ ਕੇ ਦਿੱਤਾ ਹੈ, ਫਲਾਣੇ ਬੰਦੇ ਨੇ ਕੰਬਲ ਲੈ ਕੇ ਦਿੱਤਾ ਹੈ। ਇਸ ਕਾਰਨ ਕਰਕੇ ਦੂਜੇ ਬੰਦੇ ਦਾ ਜਲੂਸ ਨਹੀਂ ਕੱਢਣਾ ਹੈ। ਜਿਹਦੀ ਸੇਵਾ ਕਰਨੀ ਹੈ ਉਹਦਾ ਕੋਈ ਜਲੂਸ ਥੋੜਾ ਕੱਢਣਾ ਹੈ ਸੰਸਾਰ ਤੇ। ਜੇ ਜਿੰਨਾ ਵੀ ਜ਼ਿਆਦਾ ਲੋਕੇ ਸੇਵਾ ਕੀਤੀ ਜਾ ਸਕੇ ਉਹਨਾਂ ਛੁਪ ਕੇ ਸੇਵਾ ਕਰਨੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਲੋਕੇ ਕੀਤੀ ਹੋਈ ਸੇਵਾ ਵੱਧ ਫਲੀਭੂਤ ਹੁੰਦੀ ਹੈ, ਕਿਉਂਕਿ ਉਹਦੇ ਵਿੱਚ ਹੰਕਾਰ ਨਹੀਂ ਹੁੰਦਾ ਹੈ। ਤੇ ਗੁਰੂ ਅਮਰਦਾਸ ਮਹਾਰਾਜ ਇਹੀ ਬਚਨ ਇਹਨਾਂ ਗੁਰਸਿੱਖਾਂ ਨੂੰ ਸਮਝਾਉਂਦੇ ਨੇ। ਸਤਿਗੁਰ ਕਹਿਣ ਲੱਗੇ, ਇਹ ਨਹੀਂ ਸੋਚਣਾ ਕਿ ਮੈਂ ਕੀਤਾ ਹੈ, ਬਲਕਿ ਇਹ ਜਾਣਨਾ ਕਿ ਵਾਹਿਗੁਰੂ ਪਰਮੇਸ਼ਰ ਨੇ ਕਰਵਾਇਆ ਹੈ। ਗੁਰੂ ਜੀ ਐਸੇ ਵਾਕ ਉਚਾਰਦੇ ਹਨ, ਮੇਰਾ ਸਕਲ ਮਹਿ ਕਰ ਅਰਦਾਸ। ਸਾਰਿਆਂ ਨੇ ਜਦੋਂ ਇਕੱਠਿਆਂ ਹੋਣਾ ਤੇ ਵਾਹਿਗੁਰੂ ਦੇ ਚਰਨਾਂ ਸ਼ੁਕਰਾਨੇ ਦੀ ਅਰਦਾਸ ਕਰਨੀ, ਮਾਲਕਾ ਤੂੰ ਸਾਡੇ ਨਗਰ ਦਾ ਇਵੇਂ ਆਪਸ ਵਿੱਚ ਪਿਆਰ ਬਣਾ ਕੇ ਰੱਖ। ਇਹ ਸੰਗਤਾਂ ਤੁਹਾਡੀਆਂ ਨੇ, ਮਹਾਰਾਜ ਕਿਰਪਾ ਕਰੋ ਸੰਗਤ ਦਾ ਪਿਆਰ ਬਣਿਆ ਰਵੇ, ਸਮਾਜ ਵਿੱਚ ਪਿਆਰ ਬਣਿਆ ਰਵੇ ਸੰਗਤਾਂ ਦਾ ਆਪਸ ਵਿੱਚ। ਇਸ ਪ੍ਰਕਾਰ ਦੀ ਬੇਨਤੀ ਕਰਨੀ ਹੈ। ਜਥਾ ਸ਼ਕਤ ਰੀਜੈ ਸਭ ਪਾਸ। ਯਥਾ ਸ਼ਕਤ ਜਿੰਨਾ ਵੀ ਹੋ ਸਕੇ। ਮਹਾਰਾਜ ਕਹਿਣ ਲੱਗੇ, ਬਾਕੀ ਸੰਗਤ ਕੋਲੋਂ ਵੀ ਧਨ ਲੈ ਕਰਕੇ ਜਿੱਥੇ ਜਿੱਥੇ ਲੋੜਵੰਦ ਬੈਠੇ ਨੇ ਉਹਨਾਂ ਲੋੜਵੰਦਾਂ ਦੀ ਸੇਵਾ ਕਰਨੀ ਹੈ। ਇਕੱਠੋ ਕਰ ਧਨ ਦੇਹੁ ਤਿਸ ਤਾਈ। ਇਕੱਠਾ ਕਰਕੇ ਧਨ ਤੇ ਲੋੜਵੰਦ ਨੂੰ ਦੇ ਕੇ ਆਉਣਾ। ਇਹ ਮਹਾਰਾਜ ਜੀ ਨੇ ਸਦੀਆਂ ਪਹਿਲਾਂ ਗੁਰੂ ਅਮਰਦਾਸ ਜੀ ਨੇ ਬਚਨ ਸੰਗਤ ਨੂੰ ਸਮਝਾਏ ਸੀ ਵੀ ਤੁਹਾਡੇ ਆਪਣੇ ਨਗਰ ਵਿੱਚ, ਤੁਹਾਡੇ ਨੇੜੇ ਤੇੜੇ ਇਲਾਕੇ ਵਿੱਚ ਕੋਈ ਨਾ ਕੋਈ ਲੋੜਵੰਦ ਤਾਂ ਮਿਲਦਾ ਹੀ ਹੈ। ਗਰੀਬ ਲੋਕ ਲੋੜਵੰਦ ਹੁੰਦੇ ਨੇ। ਜਿਹੜੇ ਸਰਦੇ ਪੁੱਜਦੇ ਪਰਿਵਾਰ ਨੇ ਜਿੰਨਾ ਕੁ ਹੋ ਸਕਦਾ ਉਹ ਦਾਨ ਭੇਟਾ ਦੇਣ, ਲੋੜਵੰਦਾਂ ਦੀ ਸੇਵਾ ਵਾਸਤੇ ਦਸਵੰਧ ਕੱਢਣ। ਤੇ ਮਹਾਰਾਜ ਕਹਿੰਦੇ ਇਕੱਠਾ ਕਰਕੇ ਧਨ ਤੇ ਕਿਸੇ ਲੋੜਵੰਦ ਨੂੰ ਦੇ ਕੇ ਆਓ। ਪਰ ਹਜ਼ੂਰ ਕਹਿਣ ਲੱਗੇ ਉਹਦਾ ਰੌਲਾ ਰੱਪਾ ਨਹੀਂ ਪਾਉਣਾ ਹੈ, ਸ਼ੋਰ ਨਹੀਂ ਬਚਾਉਣਾ ਹੈ,
ਬਲਕਿ ਚੁੱਪ ਚਪੀਤੇ ਗੁਪਤ ਹੋ ਕੇ ਲੋੜਵੰਦਾਂ ਦੀ ਸੇਵਾ ਕਰਨੀ ਹੈ। ਜਿਸ ਤੇ ਕਾਰਜ ਕੋ ਬਨ ਜਾਈ। ਇਹਦੇ ਨਾਲ ਫਿਰ ਸਾਹਮਣੇ ਵਾਲੇ ਦਾ ਵੀ ਕਾਰਜ ਸਵਰ ਜਾਏਗਾ। ਆਪਣਾ ਤੇ ਭਲਾ ਹੋਏਗਾ ਹੀ ਹੋਏਗਾ, ਸੇਵਾ ਕਰਨ ਵਾਲੇ ਦਾ, ਜਿਹਦੀ ਸੇਵਾ ਕੀਤੀ ਜਾ ਰਹੀ ਹੈ ਉਹਦਾ ਵੀ ਵਿਚਾਰੇ ਦਾ ਭਲਾ ਹੋ ਜਾਏਗਾ। ਉਹਦੀ ਜ਼ਿੰਦਗੀ ਦੇ ਵੀ ਦੁੱਖ ਕੱਟੇ ਜਾਣਗੇ, ਉਹਨੂੰ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਇਹੀ ਰੀਤ ਨਿਜ ਵਿਖੇ ਚਲਾਵੋ। ਮਹਾਰਾਜ ਕਹਿਣ ਲੱਗੇ ਆਪਣੇ ਨਗਰ ਦੇ ਵਿੱਚ ਆ ਮਰਿਆਦਾ ਲਾਗੂ ਕਰ ਲਓ, ਕਿਉਂਕਿ ਪੂਰੇ ਪਿੰਡ ਦੇ ਲੋਕਾਂ ਨੇ ਉਪਦੇਸ਼ ਮੰਗਿਆ ਸੀ, ਤਾਂ ਕਰਕੇ ਮਹਾਰਾਜ ਜੀ ਨੇ ਸਾਰੇ ਨਗਰ ਦੇ ਲੋਕਾਂ ਨੂੰ ਸਿੱਖਿਆ ਦਿੱਤੀ। ਮਹਾਰਾਜ ਕਹਿਣ ਲੱਗੇ ਆ ਮਰਿਆਦਾ ਪੱਕੀ ਆਪਣੇ ਪਿੰਡ ਵਿੱਚ ਲਾਗੂ ਕਰ ਲਓ ਕਿ ਸਾਰੇ ਨਗਰ ਦੇ ਲੋਕ ਏਕਾ ਰੱਖਣਗੇ। ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਇਹਨਾਂ ਸੰਗਤਾਂ ਨੇ ਮੰਨਿਆ ਸੀ, ਤੇ ਉਹਨਾਂ ਸਮਿਆਂ ਵਿੱਚ ਲੋਕਾਂ 'ਚ ਆਪਸ ਵਿੱਚ ਪ੍ਰੇਮ ਪਿਆਰ ਹੁੰਦਾ ਵੀ ਸੀ। ਇਤਿਹਾਸ ਗਵਾਹੀ ਭਰਦਾ ਹੈ। ਹੁਣ ਤਾਂ ਉਹ ਪ੍ਰੇਮ ਪਿਆਰ ਖਤਮ ਹੋ ਗਿਆ, ਤੇ ਬਹੁਤਾ ਉਹ ਪਿਆਰ ਖਤਮ ਹੋਣ ਦਾ ਕਾਰਨ ਹੈ ਵੀ ਲੋਕ ਆਪਸ ਵਿੱਚ ਪਾਰਟੀਆਂ 'ਚ ਵੰਡੇ ਹੋਏ ਨੇ। ਇਹ ਬਹੁਤਾ ਆਪਸੀ ਪ੍ਰੇਮ ਪਿਆਰ ਮੁੱਕਣ ਦਾ ਇੱਕ ਕਾਰਨ ਇਹ ਵੀ ਹੈ। ਇੱਕ ਤਾਂ ਬੰਦਾ ਅੱਜ ਕੱਲ੍ਹ ਬਹੁਤ ਜ਼ਿਆਦਾ ਸਵਾਰਥੀ ਹੋ ਚੁੱਕਾ ਹੈ। ਹਰ ਬੰਦਾ ਆਪਣਾ ਭਲਾ ਚਾਹੁੰਦਾ, ਦੂਜੇ ਦਾ ਭਲਾ ਨਹੀਂ ਕਰਨਾ ਚਾਹੁੰਦਾ ਹੈ। ਕੁਝ ਵਿਰਲੇ ਟਾਵੇਂ ਨੇ ਜਿਹੜੇ ਦੂਜੇ ਦਾ ਭਲਾ ਲੋਚਦੇ ਨੇ, ਨਹੀਂ ਤੇ ਹਰ ਬੰਦਾ ਕਹਿੰਦਾ ਮੇਰਾ ਭਲਾ ਹੋਵੇ ਤੇ ਦੂਜੇ ਦਾ ਬੁਰਾ ਹੋਣਾ ਚਾਹੀਦਾ ਹੈ। ਤੇ ਦੂਜਾ ਲੋਕ ਪਾਰਟੀਆਂ 'ਚ ਵੰਡੇ ਗਏ, ਫਲਾਣੀ ਪਾਰਟੀ ਦਾ, ਫਲਾਣੀ ਦਾ, ਫਲਾਣੀ ਦਾ। ਜਦੋਂ ਅਸੀਂ ਪਾਰਟੀਆਂ 'ਚ ਹੀ ਵੰਡੇ ਜਾਵਾਂਗੇ ਤੇ ਸਾਡਾ ਪਿਆਰ ਕਿੱਥੋਂ ਰਹੇਗਾ? ਜਦ ਆਪਸ ਵਿੱਚ ਪਿਆਰ ਹੀ ਨਹੀਂ ਹੋਏਗਾ ਤੇ ਇੱਕ ਦੂਜੇ ਦੀ ਸੇਵਾ ਸੰਭਾਲ ਕਿੱਥੋਂ ਅਸੀਂ ਕਰਾਂਗੇ? ਜਦੋਂ ਲੋਕ ਆਪਸ ਵਿੱਚ ਵੰਡੇ ਜਾਣਗੇ ਫਿਰ ਇੱਕ ਦੂਜੇ ਦੀ ਸਹਾਇਤਾ ਥੋੜਾ ਕਰ ਸਕਣਗੇ। ਲੋਕ ਤਾਂ ਫਤਿਹ ਬੁਲਾਉਣ ਤੋਂ ਵੀ ਪਾਸਾ ਵੱਟ ਜਾਂਦੇ ਨੇ ਜਦੋਂ ਇਹ ਪਤਾ ਲੱਗਦਾ ਮੈਂ ਫਲਾਣੀ ਪਾਰਟੀ ਨਾਲ ਸੰਬੰਧ ਰੱਖਦਾ, ਫਲਾਣੀ ਨਾਲ ਸੰਬੰਧ ਰੱਖਦਾ, ਉਹਦੇ ਨਾਲ ਫਤਿਹ ਦੀ ਸਾਂਝ ਵੀ ਖਤਮ ਹੋ ਗਈ। ਇਸ ਕਾਰਨ ਕਰਕੇ ਇਹ ਜਿਹੜੀ ਨਫ਼ਰਤ ਲੋਕਾਂ ਦੇ ਮਨਾਂ 'ਚ ਬਣ ਚੁੱਕੀ ਹੈ, ਇਹ ਨਫ਼ਰਤ ਬੜੀ ਖਤਰਨਾਕ ਹੈ। ਇਸ ਨਫ਼ਰਤ ਕਰਕੇ ਸਾਡਾ ਏਕਾ ਜਿਹੜਾ ਸਮਾਜ ਦਾ ਸੀ, ਲੋਕਾਂ ਦਾ, ਪਿੰਡਾਂ ਵਿੱਚ ਲੋਕ ਇੱਕ ਦੂਜੇ ਤੋਂ ਜਾਨ ਦੇਣ ਤੋਂ ਜਾਂਦੇ ਸੀ, ਤੇ ਹੁਣ ਇੱਕ ਦੂਜੇ ਦੀ ਜਾਨ ਲੈਣ ਵਾਸਤੇ ਤੁਲ ਜਾਂਦੇ ਨੇ। ਕਾਹਦੀ ਖਾਤਰ? ਬਸ ਆਪੋ ਆਪਣੀ ਚੌਧਰ ਦੀ ਖਾਤਰ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਪੂਰੇ ਡੱਲੇ ਪਿੰਡ ਦੇ ਲੋਕਾਂ ਨੂੰ ਸਿੱਖਿਆ ਦਿੱਤੀ। ਮਹਾਰਾਜ ਕਹਿੰਦੇ ਆਪਣੀ ਮਰਿਆਦਾ ਬਣਾ ਕੇ ਰੱਖੋ, ਵੀ ਤੁਸੀਂ ਇਕੱਠਿਆਂ ਹੋ ਕੇ ਦਸਵੰਧ ਕੱਢ ਕੇ, ਦਸਵੰਧ ਇਕੱਠਾ ਕਰਕੇ ਲੋੜਵੰਦਾਂ ਤੱਕ ਦੇ ਕੇ ਆਉਣਾ, ਮਾਨਵਤਾ ਦੀ ਸਹਾਇਤਾ ਕਰਨੀ। ਇਹ ਦਾਤਾ ਜੀ ਬਚਨ ਉਚਾਰਦੇ ਹਨ। ਕਰੋ ਜੋਰ ਸ਼ੁਭ ਦਿਨ ਜਬ ਪਾਵੋ। ਮਹਾਰਾਜ ਕਹਿਣ ਲੱਗੇ ਫਿਰ ਜਦੋਂ ਜਦੋਂ ਤੁਹਾਨੂੰ ਸਮਾਂ ਮਿਲੇ ਗੁਰੂ ਦੇ ਦਰਬਾਰ ਵਿੱਚ ਆਉਂਦੇ ਰਹਿਣਾ। ਜਿਹੜਾ ਵੀ ਦਿਨ ਤੁਸੀਂ ਗੁਰੂ ਦੇ ਪਿਆਰ ਵਿੱਚ ਬਤੀਤ ਕਰ ਲਿਆ ਤੁਹਾਡੇ ਲਈ ਸ਼ੁਭ ਦਿਹਾੜਾ ਬਣ ਗਿਆ। ਹਜ਼ੂਰ ਨੇ ਇਹ ਨਹੀਂ ਕਿਹਾ ਵੀ ਸ਼ੁਭ ਦਿਨਾਂ ਤੇ ਗੁਰੂ ਦੇ ਕੋਲ ਆਉਣਾ। ਗੁਰੂ ਜੀ ਨੇ ਕਿਹਾ ਜਿਹੜਾ ਦਿਨ ਤੁਸੀਂ ਗੁਰੂ ਦੇ ਪਿਆਰ 'ਚ ਲੰਘਾ ਲਿਆ ਤੁਹਾਡੇ ਲਈ ਸ਼ੁਭ ਬਣ ਜਾਏਗਾ। ਉਹੀ ਘੜੀ ਸਾਡੇ ਲਈ ਸੁਲੱਖਣੀ ਹੈ, ਉਹੀ ਸਮਾਂ ਸਾਡੇ ਲਈ ਚੰਗਾ ਹੈ ਜਿਹੜੇ ਵਕਤ ਸਾਨੂੰ ਮਾਲਕ ਚੇਤੇ ਆ ਜਾਏ। ਗੁਰੂ ਸਾਹਿਬ ਨੇ ਬਾਣੀ 'ਚ ਬਚਨ ਕਹੇ ਨੇ, ਬੇਦਸ ਮਾਂ ਰੁੱਤੀ ਥਿੱਤੀ ਵਾਰ ਭਲੇ, ਘੜੀ ਮੂਰਤ ਪਲ ਸਾਚੇ ਆਏ ਸਹਿਜ ਮਿਲੇ। ਮਹਾਰਾਜ ਨੇ ਕਿਹਾ 12 ਦੇ 12 ਮਹੀਨੇ ਸਫਲੇ ਹੋ ਗਏ, 6 ਦੀਆਂ 6 ਰੁੱਤਾਂ ਸਫਲੀਆਂ ਹੋ ਗਈਆਂ। ਉਸ ਮਨੁੱਖ ਦੇ ਦਿਨ ਵਾਲੇ 4 ਪਹਿਰ ਤੇ ਰਾਤ ਵਾਲੇ 4 8 ਪਹਿਰ ਸਫਲੇ ਹੋ ਗਏ। ਕਿਹੜੇ ਮਨੁੱਖ ਦੇ? ਜਿਹੜਾ ਗੁਰੂ ਦੇ ਪਿਆਰ ਵਿੱਚ ਜਿਉਂਦਾ ਹੈ। ਤੇ ਜਿਹਦੇ ਚਿੱਤ ਵਿੱਚ ਸਤਿਗੁਰੂ ਦਾ ਪਿਆਰ ਨਹੀਂ, ਮਹੀਨਾ ਜਿਹੜਾ ਮਰਜ਼ੀ ਹੋਵੇ, ਵਾਰ ਜਿਹੜਾ ਮਰਜ਼ੀ ਹੋਵੇ, ਰੁੱਤ ਜਿਹੜੀ ਮਰਜ਼ੀ ਹੋਵੇ, ਉਹਦੇ ਸਾਰੇ ਦੇ ਸਾਰੇ ਦਿਨ ਹੀ ਅਸਫਲ ਚਲੇ ਗਏ। ਗੁਰੂ ਅਮਰਦਾਸ ਜੀ ਕਹਿਣ ਲੱਗੇ ਉਹ ਦਿਨ ਤੁਹਾਡਾ ਭਲਾ ਹੋਏਗਾ, ਸੁਹਾਵਾ ਹੋਏਗਾ ਜਦੋਂ ਤੁਸੀਂ ਸਤਿਗੁਰੂ ਦੇ ਦਰ ਤੇ ਆ ਗਏ। ਤਾਂ ਇਸ ਤਰ੍ਹਾਂ ਮਹਾਰਾਜ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਵਾਰੀ-ਵਾਰੀ ਗੁਰਸਿੱਖ ਆ ਕੇ ਬੇਨਤੀਆਂ ਕਰਦੇ ਨੇ। ਕੋਈ ਕਿਸੇ ਪ੍ਰਕਾਰ ਦਾ ਉਪਦੇਸ਼ ਮੰਗਦਾ, ਕੋਈ ਕਿਸੇ ਪ੍ਰਕਾਰ ਦਾ। ਸਤਿਗੁਰੂ ਜੀ ਸਭ ਦੇ ਭੁਲੇਖੇ ਦੂਰ ਕਰਦੇ ਨੇ, ਸ਼ੰਕਿਆਂ ਦੀ ਨਿਵਰਤੀ ਕਰਦੇ ਨੇ ਤੇ ਗੁਰਮਤਿ ਦਾ ਉਪਦੇਸ਼ ਦੇ ਕੇ ਨਿਹਾਲ ਕਰਦੇ ਨੇ। ਗੁਰੂ ਸਾਹਿਬ ਕਿਰਪਾ ਕਰਨ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਰਹਿਮਤ ਵਰਤਾਉਣ। ਜਿਹੜੀ ਸਿੱਖਿਆ ਉਹਨਾਂ ਗੁਰਸਿੱਖਾਂ ਨੂੰ ਮਹਾਰਾਜ ਜੀ ਨੇ ਬਖਸ਼ੀ ਸੀ, ਇਹ ਉਪਦੇਸ਼ ਸਾਡੇ ਹਿਰਦੇ ਵਿੱਚ ਵੀ ਵਸਣ, ਅਸੀਂ ਵੀ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਹੋ ਸਕੀਏ। ਸੋ ਅੱਜ ਦੀਆਂ ਵਿਚਾਰਾਂ ਦੀ ਇੱਥੇ ਸਮਾਪਤੀ ਕਰਾਂਗੇ। ਅਗਲੇਰੀ ਵਿਚਾਰ ਕੱਲ ਸ਼ਾਮ ਦੇ ਦੀਵਾਨਾਂ ਵਿੱਚ ਸਾਂਝੀ ਕਰਨ ਦਾ ਯਤਨ ਕਰਾਂਗੇ। ਆਓ ਹੁਣ ਸਿਮਰਨ ਦਾ ਚੁਣਨਾ ਹੈ।
ਵਾਹਿਗੁਰੂ 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 ਵਿਸਰ ਨਾਹੀਂ ਦਾਤਾਰ ਵਿਸਰ ਨਾਹੀਂ ਦਾਤਾਰ ਵਿਸਰ ਨਾਹੀਂ ਦਾਤਾਰ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਨਾਨਕ ਚਾਓ ਇਹੋ ਨਾਨਕ ਚਾਉ ਇਹੋ ਨਾਨਕ ਚਾਉ ਇਹੋ ਵਾਹਿਗੁਰੂ 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 ਸੋ ਸਤਿਗੁਰੂ ਜੀ ਕਿਰਪਾਲਤਾ ਕਰਨ ਸਾਨੂੰ ਨਾਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨ ਇੰਨੇ ਹੀ ਬਚਨ ਆਪ ਜੀ ਨੇ ਪ੍ਰਵਾਨ ਕਰਨੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਆਪ ਜੀ ਨੇ ਖਿਮਾ ਬਖਸ਼ਣੀ ਆਓ ਸਾਰੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।